ਸਾਹਿਬ ਜੀਓ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਹੋਤੀ ਜੋ ਪਿਆਸ ਪਿਊਸ ਪਵਨ ਕੀ ਬੰਛਤ ਸਿੱਧ ਕੋ ਬਿਦ ਮਲਾਇਓ। ਪੂਰਨ ਭੋ ਮਨ ਠੌਰ ਬਸੋ ਰਸ ਬਾਸਨ ਸਿਉ ਜੋ ਦਾਹੰ ਦੇਸ ਧਾਇਓ। ਗੋਬਿੰਦ ਵਾਲ ਗੋਬਿੰਦ ਪੁਰੀ ਸਮ ਜਲਨ ਤੀਰ ਬਿਪਾਸ ਬਣਾਇਓ। ਗਇਓ ਦੁਖ ਦੂਰ ਬਰਖਨ ਕੋ ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਸਵਾਰੀ ਗੁਰੂ ਪਿਆਰੀ ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਤਿਅੰਤ ਬਖਸ਼ਿਸ਼ ਦੇ ਸਦਕਾ ਸਰਬੱਤ ਮਾਈ ਭਾਈ ਗੁਰ ਸਿੱਖ ਸੰਗਤਾਂ ਮਿਲ ਜੁਲ ਕੇ ਅੰਮ੍ਰਿਤ ਵੇਲੇ ਤੋਂ ਲੈ ਕਰ ਸਤਿਗੁਰੂ ਗਰੀਬ ਨਿਵਾਜ ਦਾਤਾਰ ਪ੍ਰਭੂ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਤਿੰਨਾਂ ਦੇ ਚਰਨ ਛੋਹ ਪ੍ਰਾਪਤ ਪਵਿੱਤਰ ਸਥਾਨ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਨ ਦੁਨੀ ਦੇ ਮਾਲਕ ਦਾਤਾਰ ਪ੍ਰਭੂ ਜੀ ਤਿੰਨਾਂ ਦੀ ਗੋਦ ਦੇ ਅੰਦਰ ਸਜ ਵਜ ਕੇ ਸਾਹਿਬ ਦੇ ਧੁਰ ਦਰਗਾਹੀ ਬਚਨਾਂ ਨੂੰ ਸ਼ਰਧਾ ਪ੍ਰੇਮ ਪੂਰਵਕ ਪੜ੍ਹਦੇ ਸੁਣਦੇ ਆ ਰਹੇ ਹਾਂ। ਮਹਾਰਾਜ ਦਿਆਲੂ ਕਿਰਪਾਲੂ ਸਤਿਗੁਰੂ ਜੀ ਸਾਡੇ ਕਲਯੁਗ ਜੀਵਾਂ ਦੇ ਉੱਪਰ ਮਿਹਰਬਾਨੀ ਕਰਦਿਆਂ ਹੋਇਆਂ ਸਾਨੂੰ ਪਾਵਨ ਤੇ ਪਵਿੱਤਰ ਧੁਰ ਦਰਗਾਹੀ ਬਚਨਾਂ ਦੀ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਦੇ ਦੁਆਰਾ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1400 ਅੰਗ ਤੋਂ ਇਹ ਵਿਚਾਰ ਭੱਟਾਂ ਦੇ ਸਵਈਆਂ ਦੀ ਚੱਲ ਰਹੀ ਅੱਜ ਦੀ ਆਰੰਭ ਹੁੰਦੀ ਹੈ। ਭੱਟ ਸਾਹਿਬਾਨ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗੁਣ ਗਾਇਨ ਕੀਤੇ, ਗੁਰੂ ਅੰਗਦ ਸਾਹਿਬ ਮਹਾਰਾਜ ਦੇ ਗੁਣ ਗਾਇਨ ਕੀਤੇ, ਗੁਰੂ ਅਮਰਦਾਸ ਮਹਾਰਾਜ ਜੀ ਦੀ ਉਪਮਾ ਉਚਾਰਨ ਕੀਤੀ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਪੂਰੀ ਹੋਈ ਕਰਾਮਾਤ ਆਪ ਪਾਵਨ ਹਾਰੇ ਤਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਉਹ ਸਤਿਗੁਰੂ ਰਾਮਦਾਸ ਮਹਾਰਾਜ ਜੀ ਦੀ ਉਸਤਤ ਭੱਟ ਸਾਹਿਬਾਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਸਨਮੁਖ ਖੜ ਕੇ ਰਾਮਸਰ ਦੀ ਪਾਵਨ ਧਰਤੀ ਤੇ ਸਾਹਿਬ ਦੇ ਕੋਲ ਜੋਦੜੀਆਂ ਕਰ ਰਹੇ ਨੇ ਤੇ ਬੜੇ ਸ਼ਰਧਾ ਪ੍ਰੇਮ ਦੇ ਨਾਲ ਭੱਟ ਸਾਹਿਬਾਨ ਭੱਟਾਂ ਨੂੰ ਨਾਲ ਦੇ ਸਾਥੀਆਂ ਨੂੰ ਇਹ ਗੱਲ ਸੰਬੋਧਨ ਕਰਕੇ ਕਹੀ ਤੇ ਦੁਨੀਆ ਦੇ ਲੋਕਾਂ ਨੂੰ ਕਹਿਣਾ ਕੀਤਾ, ਜੇ ਸਤਿਗੁਰੂ ਦਾ ਦਰਸ਼ਨ ਚਾਹੁੰਦੇ ਆ, ਜੇ ਜੀਵਨ ਵਿੱਚ ਬਦਲਾਓ ਚਾਹੁੰਦੇ ਆ ਤੇ ਫਿਰ ਭੱਟ ਜੀ ਕਹਿੰਦੇ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਦੁਨੀਆ ਦੇ ਲੋਗੋ ਭੱਟ ਜਨੋ
ਜਦੋਂ ਆ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਦੀਦਾਰ ਕੀਤਾ, ਗੁਰੂ ਰਾਮਦਾਸ ਮਹਾਰਾਜ ਦਾ ਜਿਨ੍ਹਾਂ ਦਰਸ਼ਨ ਕੀਤਾ, ਉਹਨਾਂ ਦੇ ਮੁਬਾਰਕ ਮੁਖੜੇ ਦੇ ਦੀਦਾਰ ਕਰਕੇ, ਉਹਦੇ ਦਰਸ਼ਨ ਕਰਕੇ ਕਹਿਣ ਲੱਗੇ ਗੁਰੂ ਮਹਿਣਾ ਹੁੰਦਾ ਭਾਰੀ, ਬਹੁਤਾ ਜ਼ਿਆਦਾ। ਉਹ ਅਸੀਂ ਸੁੱਖ ਪਾਇਆ ਜਿਹੜਾ ਕਿਦਿਓ ਨਹੀਂ ਸੀ ਨਾ ਮਿਲਿਆ। ਤੁਸ਼ ਜਾਏ ਨੂੰ ਥੋੜ੍ਹੇ ਜਿਹੇ ਸੁੱਖ ਦੇ ਸਾਹ ਨੂੰ ਲੋਚਦੇ ਸਾਂ ਕਿ ਕੁਝ ਘੜੀਆਂ ਹੀ ਜੀਵਨ ਅੰਦਰ ਸੁੱਖ ਦੀਆਂ ਆ ਜਾਣ। ਜੀਵਨ ਤਾਂ ਦੁੱਖ ਭਰਿਆ ਹੈ। ਜਦ ਗੁਰੂ ਦਾ ਆ ਕੇ ਦਰਸ਼ਨ ਕੀਤਾ, ਜਿਹਨੂੰ ਸਾਹਿਬ ਕਹਿੰਦੇ ਦਰਸ਼ਨ ਡਿਠੇ ਲੈਣ ਵਿਜੋਗਾ ਜੀਓ, ਉਹ ਦਰਸ਼ਨ ਕਰਨ ਦੇ ਨਾਲ ਵਿਛੋੜਾ ਦੂਰ ਹੋ ਜਾਂਦਾ ਹੈ ਤੇ ਦੁੱਖ ਦੂਰ ਹੋ ਗਏ। ਭਾਰੀ ਬਹੁਤਾ ਜ਼ਿਆਦਾ ਜਿਹੜਾ ਹੈ ਉਹ ਸੁੱਖ ਪਾਉਣਾ ਕੀਤਾ। ਭੱਟ ਜੀ ਕਹਿੰਦੇ ਹੁਤੀ ਜੋ ਪਿਆਸ ਪੀਊਸ ਪਵਨ ਕੀ, ਜਿਹੜੀ ਹੁਤੀ ਹੁੰਦੀ ਸੀ ਮਨ ਦੇ ਅੰਦਰ, ਪਿਆਸ ਲੱਗੀ ਹੋਈ ਸੀ, ਜਿਹਨੂੰ ਆਪਾਂ ਤ੍ਰੇਹ ਵੀ ਕਹਿ ਦਈਏ। ਕਿਸੇ ਨੂੰ ਪਾਣੀ ਦੀ ਪਿਆਸ ਲੱਗੀ ਹੋਵੇ, ਉਹ ਪਾਣੀ ਦੀ ਪੜਤਾਲ ਕਰਦਾ ਹੈ। ਕਹਿ ਲੱਗੇ ਭੱਟ ਜੀ ਕਹਿੰਦੇ ਬਈ ਮੈਨੂੰ ਕਾਹਦੀ ਪਿਆਸ ਲੱਗੀ ਸੀ, ਪਾਣੀ ਦੀ ਨਹੀਂ। ਕਹਿ ਲੱਗੇ ਪਿਊਸ, ਪਿਊਸ ਦੇ ਅਰਥ ਹੈ ਅੰਮ੍ਰਿਤ, ਪ੍ਰਭੂ ਦਾ ਨਾਮ, ਪ੍ਰਭੂ ਦੀ ਬਖਸ਼ਿਸ਼, ਪ੍ਰਭੂ ਦੀ ਦਾਤ, ਜਿਨਨੇ ਦੁੱਖ ਦਰਦ ਦੂਰ ਕਰ ਦੇਣੇ ਆ। ਹੁਤੀ ਜੋ ਪਿਆਸ ਪੀਊਸ ਪਵਨ ਕੀ, ਪਵਨ ਮੈਨੇ ਪੀਣ ਦੀ ਚਾਹਨਾ ਸੀ, ਇੱਛਾ ਸੀ ਨਾ ਜਿਹੜੀ ਮਨ ਦੇ ਅੰਦਰ ਔਰ ਪ੍ਰਗਟ ਹੋਈ। ਕਹਿੰਦੇ ਬੰਛਤ ਸਿੱਧ ਕੋ ਬਿੱਦ ਮਲਾਇਓ, ਉਹ ਜਿਹੜੀ ਇੱਛਾ ਸੀ ਨਾ ਉਹਨੂੰ ਬੰਛਤ ਮਨ ਇੱਛਤ ਬਾਂਛਤ ਬਖਸ਼ਿਸ਼ ਕਰ ਦਿੱਤੀ। ਬੰਛਤ ਉਹ ਇੱਛਾ ਪੂਰੀ ਕਰ ਦਿੱਤੀ। ਸਿੱਧ ਕੋ ਬਿੱਦ ਮਲਾਇਓ, ਉਹਨੂੰ ਸਿੱਧ ਪ੍ਰਗਟ ਕਰਨ ਵਾਸਤੇ ਨਾ ਉਹ ਇੱਛਾ ਨੂੰ ਪੂਰੀ ਕਰਨ ਵਾਸਤੇ ਪ੍ਰਭੂ ਨੇ ਬਿੱਦ ਮਿਲਾਇਓ, ਵਿਧੀ ਢੰਗ ਬਖਸ਼ਿਸ਼ ਕਰ ਦਿੱਤਾ ਕਿ ਜੇ ਅੰਦਰ ਦੀ ਪਿਆਸ ਬੁਝਾਉਣੀ ਹੈ, ਜੇ ਜਨਮਾਂ ਜਨਮਾਂਤਰਾਂ ਤੋਂ ਰਹਿਤ ਹੋਣਾ ਹੈ, ਜੇ ਦੁੱਖਾਂ ਦਰਦਾਂ ਤੋਂ ਰਹਿਤ ਹੋਣਾ ਹੈ, ਤੇ ਉਹ ਵਿਧੀ ਦੱਸ ਦਿੱਤੀ ਕਿ ਗੁਰੂ ਕੋਲ ਆ, ਗੁਰੂ ਤੋਂ ਇਹ ਅੰਮ੍ਰਿਤ ਤੈਨੂੰ ਨਾਮ ਪ੍ਰਾਪਤ ਹੋਵੇਗਾ ਤੇ ਗੁਰੂ ਦੇ ਅਨੁਕੂਲ ਹੋ ਕੇ ਹਿਰਦੇ ਵਿੱਚ ਟਿਕੇਗਾ। ਇਹ ਵਿਧੀ ਮਿਲਾ ਦਿੱਤੀ, ਇਹ ਢੰਗ ਮਿਲਾ ਦਿੱਤਾ ਸਾਧ ਸੰਗਤ ਦੇ ਵਿੱਚ। ਫਿਰ ਪੂਰਨ ਭੋ ਮਨ ਠੌਰ ਬਸੋ, ਜਿਹੜਾ ਮਨ ਸੀ ਨਾ ਔਰ ਜਦੋਂ ਅੰਮ੍ਰਿਤ ਪ੍ਰਾਪਤ ਹੋ ਗਿਆ, ਉਹ ਪੂਰਨ ਹੋ ਕੇ, ਭੋ ਦੇ ਅਰਥ ਕਰਦੇ ਨੇ ਵਿਦਵਾਨ ਸੱਜਣ ਹੋ ਕੇ, ਔਰ ਉਹ ਪੂਰਨ ਹੋ ਕੇ ਅੰਮ੍ਰਿਤ ਨਾਲ ਲਬਾਲਬ ਭਰ ਕੇ ਨਾ, ਜਿਹੜਾ ਮਨ ਇੱਧਰ ਉੱਧਰ ਭਟਕਦਾ ਸੀ, ਦੁੱਖ ਸੁੱਖ ਦੇ ਵਿੱਚ ਖੁਸ਼ੀ ਗਮੀ ਨੂੰ ਮਹਿਸੂਸ ਕਰਦਾ ਸੀ, ਤੜਫੜਾਉਂਦਾ ਸੀ, ਮਹਾਰਾਜ ਕਹਿੰਦੇ ਠੌਰ ਬਸੋ, ਉਹ ਹਿਰਦੇ ਦੇ ਅੰਦਰ ਇੱਕ ਥਾਂ ਤੇ ਟਿਕਾਣੇ ਤੇ ਵਸ ਗਿਆ। ਹੁਣ ਉਹ ਭਟਕਦਾ ਨਹੀਂ, ਉਹ ਡੋਲਦਾ ਨਹੀਂ, ਉਹ ਇੱਧਰ ਉੱਧਰ ਨੂੰ ਨਹੀਂ ਭੱਜਦਾ। ਮਹਾਰਾਜ ਕਹਿੰਦੇ ਰਸ ਬਾਸਨ ਸਿਓ ਜੋ ਦਾਹੰ ਦੇਸ ਧਾਇਓ, ਜਿਹੜੇ ਰਸ ਸੀ ਨਾ ਉਹਦੀ ਬਾਸਨ ਸੁਗੰਧੀ ਲਈ, ਉਹਦੀ ਬਖਸ਼ਿਸ਼ ਲਈ, ਉਹਨੂੰ ਪ੍ਰਾਪਤ ਕਰਨ ਲਈ। ਔਰ ਕਹਿੰਦੇ ਮਨ ਜਿਹੜਾ ਦਹੰ ਦਿਸ ਧਾਇਓ, ਜਿੰਨਾ ਚਿਰ ਗੁਰੂ ਨੂੰ ਨਹੀਂ ਸੀ ਨਾ ਮਿਲੇ ਉਹਨਾਂ ਚਿਰ ਭੱਟ ਜੀ ਕਹਿੰਦੇ ਇਹ ਮਨ 10 ਦਿਸ਼ਾਵਾਂ ਦੇ ਵਿੱਚ ਦੌੜਦਾ ਫਿਰਦਾ ਸੀ। ਔਰ ਜਿਹਨੂੰ ਸਾਹਿਬ ਸੱਚੀ ਸਰਕਾਰ ਮਹਾਰਾਜ ਬਚਨ ਕਰਦੇ ਨੇ, ਕਬੂ ਜੀੜਾ ਉਬ ਚੜਤ ਹੈ, ਕਬੂ ਜਾਏ ਪਿਆਲੇ, ਲੋਭੀ ਜੀੜਾ ਥੇਰਨਾ ਰਹਿਤ ਚਾਰੇ ਕੁੰਡਾਂ ਭਾਲੇ। ਜਿਹਨੂੰ ਮਹਾਰਾਜ ਕਹਿੰਦੇ ਆ ਹੇ ਮੇਰੇ ਵਾਹਿਗੁਰੂ, ਤੇਰੇ ਤੋਂ ਛੁੱਟ ਕੇ ਇਹ ਜਿਹੜਾ ਮਨ ਸੀ ਨਾ ਜੀਵ ਸੀ, ਔਰ 4 ਕੁੰਟ ਦੈ ਦਿਸ ਭ੍ਰਮੇ, ਥੱਕ ਆਏ ਪ੍ਰਭ ਕੀ ਸਾਮ। ਮਹਾਰਾਜ 4 ਕੁੰਟਾਂ ਮੈਂ ਨਾ
ਖੂੰਜੇ, 4 ਦਿਸ਼ਾਵਾਂ, ਤੇ ਉਹਨਾਂ ਦੇ ਇੱਕ ਇੱਕ ਕੋਨਾ ਮੇਲ ਦਿਓ। ਚਾਰਾਂ ਦਾ ਕੋਨਾ, ਕਿਨਾਰਾ, ਖੂੰਜਾ, 8 ਉਹ ਬਣ ਗਈਆਂ। 4 ਖੂੰਜੇ ਤੇ 4 ਦਿਸ਼ਾਵਾਂ 8, ਇੱਕ ਧਰਤੀ ਤੇ ਇੱਕ ਅਸਮਾਨ 10। ਇਹਨਾਂ 10 ਦਿਸ਼ਾਵਾਂ ਦੇ ਵਿੱਚ ਮਨ ਜਿਹੜਾ ਨਾ ਭਟਕਦਾ ਸੀ, ਔਰ ਤਨ ਨੂੰ ਭਟਕਣ ਵਾਸਤੇ ਜਗ੍ਹਾ ਚਾਹੀਦੀ ਹੈ, ਮਨ ਨੂੰ ਭਟਕਣ ਵਾਸਤੇ ਸਮਾਂ ਚਾਹੀਦਾ ਹੈ। ਇਹ ਸਮੇਂ ਦੇ ਵਿੱਚ ਭਟਕਦਾ ਹੈ। ਤਨ ਜਿਹੜਾ ਸਪੇਸ ਦੇ ਅੰਦਰ ਭਟਕਦਾ ਹੈ, ਖਾਲੀ ਜਗ੍ਹਾ ਦੇ ਵਿੱਚ ਚੱਲਦਾ ਫਿਰਦਾ ਹੈ, ਇੱਧਰ ਉੱਧਰ ਘੁੰਮੇਗਾ। ਮਨ ਜਿਹੜਾ ਇਹਨੂੰ ਜਦੋਂ ਵਿਹਲਾਪਨ ਸਮਾਂ ਮਿਲ ਗਿਆ ਨਾ, ਉਦੋਂ ਹੀ ਇਹਨੇ ਨਿਕਲ ਜਾਣਾ, ਪਤਾ ਨਹੀਂ ਕਿੱਧਰ ਨੂੰ। ਮਹਾਰਾਜ ਕਹਿੰਦੇ ਜਿਹੜਾ 10 ਦਿਸ਼ਾਵਾਂ ਦੇ ਵਿੱਚ ਮਨ ਭਟਕਦਾ ਸੀ, ਉਹ ਠੌਰ ਬਸੋ, ਉਹ ਟਿਕਾਣੇ ਤੇ ਵਸ ਗਿਆ, ਉਹ ਇਕਾਗਰਤ ਹੋ ਗਿਆ, ਟਿਕ ਗਿਆ। ਮਹਾਰਾਜ ਕਹਿੰਦੇ ਕਦੋਂ ਟਿਕਿਆ? ਭੱਟ ਜੀ ਕਹਿੰਦੇ ਗੋਬਿੰਦਵਾਲ ਗੋਬਿੰਦਪੁਰੀ ਸਮ। ਇੱਥੇ ਗੋਬਿੰਦਵਾਲ ਦਾ ਅਰਥ ਹੈ ਗੋਇੰਦਵਾਲ, ਗੋਇੰਦਵਾਲ ਦੀ ਧਰਤੀ, ਔਰ ਗੋਬਿੰਦਪੁਰੀ ਸਮ। ਗੋਬਿੰਦ ਦੀ ਪੁਰੀ ਆ ਸੱਚਖੰਡ ਅਕਾਲ ਪੁਰਖ ਵਾਹਿਗੁਰੂ ਦਾ, ਜਿੱਥੇ ਨਿਵਾਸ ਹੈ। ਭੱਟ ਸਾਹਿਬਾਨ ਕਹਿੰਦੇ ਮੇਰੇ ਵਾਹਿਗੁਰੂ ਜਿਹੜਾ ਗੋਇੰਦਵਾਲ ਹੈ ਨਾ, ਉਹ ਸੱਚਖੰਡ ਰੂਪ ਬਣਾ ਦੇਣਾ ਕੀਤਾ ਮਹਾਰਾਜ। ਔਰ ਉਸ ਸੱਚਖੰਡ ਸਮ ਬਰਾਬਰ ਜਲਨ ਤੀਰ ਬਿਪਾਸ ਬਣਾਇਓ। ਇੱਥੇ ਜਲਨ ਦਾ ਅਰਥ ਵਿਦਵਾਨ ਸੱਜਣ ਇਹ ਵੀ ਕਰਦੇ ਬਈ ਜਲ ਨਦੀ ਦਾ, ਪਰ ਨਦੀ ਤਾਂ ਪਾਣੀ ਤੋਂ ਬਗੈਰ ਸੁੱਕੀ ਨਦੀ ਦਾ ਹਵਾਲਾ ਨਹੀਂ ਹੁੰਦਾ। ਔਰ ਵਿਦਵਾਨ ਸੱਜਣ ਲਿਖਦੇ ਇੱਥੇ ਜਲਣ ਮਹਾਂਪੁਰਸ਼ ਕਹਿੰਦੇ ਭੱਟ ਦਾ ਨਾਂ ਹੈ, ਜਿਹੜਾ ਗਾਇਨ ਕਰ ਰਿਹਾ ਹੈ, ਦੱਸ ਰਿਹਾ ਹੈ, ਉਚਾਰਨ ਕਰ ਰਿਹਾ ਹੈ। ਉਹ ਭੱਟਾਂ ਨੂੰ ਕਹਿੰਦਾ ਭੱਟੋ ਤੀਰ ਬਿਪਾਸ ਬਣਾਇਓ। ਤੀਰ ਮੈਨੇ ਉਹਦਾ ਕਿਨਾਰਾ, ਬਿਆਸ ਬਿਪਾਸ ਮੈਨੇ ਬਿਆਸ, ਬਿਆਸਾ ਦਾ ਕਿਨਾਰਾ, ਉਹਦੇ ਕਿਨਾਰੇ ਤੇ ਇਹ ਗੋਇੰਦਵਾਲ ਨੂੰ ਬਣਾਇਆ ਗਿਆ ਹੈ, ਜਿਹੜਾ ਸੱਚਖੰਡ ਦੀ ਪੁਰੀ ਵਰਗਾ ਆ, ਜਿੱਥੇ ਕਦੇ ਕਾਲ ਦਾ ਦੁੱਖ ਨਹੀਂ। ਗੁਰੂ ਅਮਰਦਾਸ ਮਹਾਰਾਜ ਦੇ ਸਾਹਮਣੇ ਕਾਲ ਵੀ ਆਇਆ। ਇਤਿਹਾਸ ਆਪਨੇ ਬਚਨ ਪਹਿਲਾਂ ਵੀ ਸੁਣੇ ਹੋਣਗੇ ਵਿਦਵਾਨ ਮਹਾਂਪੁਰਸ਼ਾਂ ਦੀ ਰਚਨਾ ਤੋਂ। ਇੱਕ ਵਾਰ ਮਹਾਰਾਜ ਗੋਇੰਦਵਾਲ ਦੇ ਅੰਦਰ ਬੈਠੇ ਗੁਰੂ ਅਮਰਦਾਸ ਸਾਹਿਬ ਹਿਰਦੇ ਵੇਦਕ ਚੀਕਾਂ ਸੁਣੀਆਂ ਅੰਮ੍ਰਿਤ ਵੇਲਾ। ਆਪਣੇ ਸੇਵਕ ਭਾਈ ਬੱਲੂ ਜੀ ਨੂੰ ਪੁੱਛਦੇ, ਬੱਲੂ ਆ ਹਿਰਦੇ ਵੇਦਕ ਚੀਕਾਂ ਕਿੱਧਰੋਂ ਆ ਰਹੀਆਂ, ਪਤਾ ਕਰੋ ਕੌਣ ਇਸ ਵੇਲੇ ਇਹ ਐਸੀ ਰੋਣ ਦੀ ਆਵਾਜ਼ ਕਰਦਾ ਹੈ। ਤੇ ਜਾ ਕਰਕੇ ਭਾਈ ਬੱਲੂ ਨੇ ਦੱਸਿਆ, ਔਰ ਮਹਾਰਾਜ ਇੱਕ ਗਰੀਬ ਬਜ਼ੁਰਗ ਮਾਈ ਆ, ਉਹਦਾ ਇੱਕੋ ਇੱਕ ਪੁੱਤਰ ਸੀ, ਹੋਰ ਕੋਈ ਨਹੀਂ, ਉਹ ਚੜ੍ਹਾਈ ਕਰ ਗਿਆ, ਬੜਾ ਦਰਦ ਨਾਲ ਰੋ ਰਹੀ ਆ। ਤੇ ਮਹਾਰਾਜ ਜੀ ਨੇ ਕਾਲ ਨੂੰ ਹਟਕ ਦਿੱਤਾ। ਕਹਿੰਦੇ ਜਿੰਨਾ ਚਿਰ ਸਾਡਾ ਸਰੀਰ ਹੈ ਨਾ, ਉਹਨਾਂ ਚਿਰ ਕਿਸੇ ਮਾਂ ਦੇ ਸਾਹਮਣੇ ਉਹਦਾ ਪੁੱਤਰ ਨਹੀਂ ਜਾਏਗਾ। ਵਿਦਵਾਨ ਮਹਾਂਪੁਰਸ਼ ਕਹਿੰਦੇ ਵੀ 22 ਸਾਲ ਮਹਾਰਾਜ ਗੁਰਤਾ ਤੇ ਰਹੇ, ਤੇ ਕਾਲ ਦੀ ਹਿੰਮਤ ਨਹੀਂ ਪਈ ਇਹ ਕੁਝ ਕਰ ਦੇਣ ਦੀ। ਕਾਲ ਭੈ ਭੀਤ ਹੋ ਜਾਂਦਾ ਹੈ ਗੁਰੂ ਦੀ ਉਪਮਾ ਤੋਂ, ਗੁਰੂ ਦੇ ਬਚਨਾਂ ਨਾਲ ਆਪਣਾ ਮੂਡ ਬਦਲ ਜਾਂਦਾ, ਮੁੱਖ ਬਦਲ ਜਾਂਦਾ। ਤੇ ਮਹਾਰਾਜ ਵੀ ਇਹ ਮਿਹਰ ਕਰਦੇ ਆ ਨਾ ਕਿ ਜਦੋਂ ਪਰਮਾਤਮਾ ਦਾ ਨਾਮ ਤੇ ਸੇਵਾ ਜਿਸ ਜੀਵ ਦੇ ਕੋਲ ਹੈ, ਗੁਰ ਸੇਵਾ ਤੇ ਸੁਖ ਉਪਜੈ। ਸੁਖ ਔਰ ਪੈਦਾ ਕਿਵੇਂ ਹੋਣਾ ਹੈ? ਸੇਵਾ ਨਾਲ ਸੁਖ ਪੈਦਾ ਹੋਣਾ ਹੈ। ਸੁਖ ਅਸੀਂ ਸਾਰੇ ਹੀ ਚਾਹੁੰਦੇ ਹਾਂ, ਤੇ ਸੇਵਾ ਕਰਨ ਨੂੰ ਕੋਈ ਵੀ ਤਿਆਰ ਨਹੀਂ। ਸੇਵਾ ਨਾਲ ਸੁਖ ਮਿਲਣਾ ਹੈ। ਗੁਰ ਸੇਵਾ ਤੇ ਸੁਖ ਉਪਜੈ। ਤੇ ਜੇ ਸੇਵਾ ਕਰਦਿਆਂ ਸਿਮਰਨ ਕਰਦਿਆਂ ਸੁਖ ਜੀਵਨ ਵਿੱਚ ਆ ਗਿਆ ਨਾ, ਫਿਰ ਦੁੱਖ ਨਾ ਲੱਗੇ ਆਏ, ਫਿਰ ਦੁੱਖ ਕਦੇ ਤੇਰੇ ਨੇੜੇ ਨਹੀਂ ਆਵੇਗਾ। ਨਾਮ ਸੇਵਾ ਕਰਦਿਆਂ ਦੁੱਖ ਮਿਟਣਗੇ, ਸੁਖ ਮਿਲਣਗੇ। ਸਿਮਰਨ ਕਰਦਿਆਂ ਜੰਮਣ ਮਰਨਾ ਮਿਟ ਗਿਆ। ਕਾਲੇ ਕਾ ਕੇਸ਼ ਨਾ ਬਸਾਏ। ਕਾਲੇ ਦਾ ਅਰਥ ਵੀ ਇੱਥੇ ਕਾਲ ਹੈ, ਕਾਲ ਦਾ ਵਸ ਨਹੀਂ ਚੱਲੇਗਾ।
क्योंकि तू अकाल नाल जुड़ गया है, निरंकार नाल। भट्ट जी कहते ने वो गुरु अमरदास महाराज ने तीरथ ब्यासा दे किनारे बना दिता है सचखंड, जिथे दुनियादार आउंदे ने ते आके गुरु अमरदास महाराज का उपदेश कमाउंदे ने। उन्हां तो काल भी कंबदा है, काल भी पिछे हो जाता है। गयो दुख दूर बरखन को, सो गुरु मुख देख गरु सुख पायो। भट्ट जलन जी कहंदे दुनिया दे लोगो अपने साथियां भट्टां नूं कहंदे, भट्टो याद रखो असी पता नहीं, और एक बरस का भी जेड़ा ना तड़फ वध गई सी उदों। एक साल की जिहड़ी गल कीती ना, एक बरस हों फिरियो किन्ने ना परचो लायो, कहते हो कहती सुनी रहत को खुशी ना आयो। और उत्थे भी एक बरस की गल कीती, इत्थे भी बहुताद अंदर इहदा अर्थ विद्वानां ने एक साल ही कीता होया, एक साल। पर जदों ये बचन नूं पढ़दे आ, बचन बहु बचन वांग अपनी शैली लै जांदा है कि बरखन बरखन मैना है बहुते, ते जे हुंदा बरख फिर अर्थ पैदा एक कर लैंदे, पर इत्थे दा अर्थ बहु बचन में चला जाता है। भट्ट साहब कहते गयो दुख दूर बरखन को, कई बरखां दे कई सालां दे। कदों तेरे इस जन्मां जन्मांतरां दे दुख गए, कदों ये जीवन का दुख गया, कदों दुख सारे दूर होए। कहते सो गुरु मुख देख गरु सुख पायो। जदों शोभा वाले श्रेष्ठ सतगुरां दा दर्शन किया, उहदा दर्शन करके भारी सुख प्राप्त होया, और विछोड़ा जन्मां जन्मांतरां दा चला गया। और महाराज कहंदे उहदे दीदार कर अंतर आत्मे, तेरे जीवन दे भी दुख चले जाणगे। समर्थ गुरु सिर हाथ धरियो। जदों सेवा कीती ना, सिमरन करदियां गुरु रामदास साहब महाराज तुहाडे उपर प्रसन्न हो गए। गुरु अमरदास महाराज त्रुठ गए, तुहाडी बाहर दी सेवा नूं अंदर दे टिकाऊ सिमरन नाल तक के ना गुरु अमरदास महाराज प्रसन्न हो गए, ते तुहाडे सिर ते अपनी मेहर दा हथ रख दिता, बख्शिश दा हथ रख दिता। ते जदों तुहाडे ते बख्शिश दा मेहर दा हथ रखिया ना, और कहंदे गुर कीनी कृपा, गुरु ने कृपा रहमत कीती, हर नाम दियो। मेहर दा हथ रख के हिरदे विच नाम बख्श दिता, ज्ञान बख्श दिता। हे गुरु रामदास महाराज, गुरु अमरदास महाराज तुहाडे ते प्रसन्न हो गए, त्रुठ गए, ते त्रुठ के जिथे बाहर दा तख्त दिता ना, और गुरु नानक साहब दी बख्शिश हिरदे दे विच टका देना कीती। वो दात तुहानू कृपा करके दे देती, हर नाम दियो। वो नाम वैगुरु हर परमेश्वर दा, और वो दे दिता, बख्श दिता। जिस देख चरण अघन हरियो, जेड़े परमात्मा दे दीदार करके ना, ਉਹਦੇ ਚਰਨਾਂ ਦੇ ਦਰਸ਼ਨ ਕਰਕੇ ਅਗਨ ਪਾਪ ਨਾਸ਼ ਹੋ ਜਾਂਦੇ ਨੇ, ਨਸ਼ਟ ਹੋ ਜਾਂਦੇ ਨੇ। ਕਹਿਣ ਲੱਗੇ हे ਗੁਰੂ ਰਾਮਦਾਸ ਮਹਾਰਾਜ, ਜਦੋਂ ਸਿੱਖ ਸੇਵਕ ਆਏ ਤੁਹਾਡੇ ਕੋਲ ਆ ਕੇ ਉਹਨਾਂ ਨਮਸਕਾਰਾਂ ਕੀਤੀਆਂ, ਤੇ ਤੁਸੀਂ ਉਹ ਸਮਰੱਥ ਸਰਬ ਸ਼ਕਤੀਵਾਨ ਹੋ, ਉਹ ਰੂਪ ਹੋ ਗਏ, ਤੇ ਤੁਸਾਂ ਸਮਰੱਥ ਹੋਣ ਤੇ ਹੋਣ ਕਰਕੇ ਆਪਣੇ ਸੇਵਕਾਂ ਦੇ ਸਿਰ ਹੱਥ ਧਰਿਓ। ਸਿਰ ਤੇ ਹੱਥ ਰੱਖ ਦਿੱਤਾ। ਜਦੋਂ ਸਮਰੱਥ ਗੁਰੂ ਨੇ, ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ, ਜਦੋਂ ਦਾਤਾਰ ਪ੍ਰਭੂ ਜੀ ਤੁਸਾਂ ਨੇ ਆਪਣੇ ਪਿਆਰਿਆਂ ਦੇ ਸੀਸ ਉੱਪਰ ਕਿਰਪਾ ਦਾ ਹੱਥ ਦੇ ਰੱਖਿਆ ਨਾ, ਤੇ ਫਿਰ ਕਿਰਪਾ ਹਰ ਕਰ, ਕਿਰਪਾ ਕਰਕੇ ਕਰ ਕਿਰਪਾ ਹਰ ਨਾਮ ਦਿਓ। और कीनी कृपा, कृपा करके नाम दी बख्शिश कर देती, ते नाम हिरदे विच प्रगट होया, ते नाम दे भगवान दे आप दे दीदार करके जिस देख चरण अघन हरियो। तुहाडे चरणां दा जिन्ना सिमरन करदियां ध्यान धरिया टकाया ना,
ਗੁਰੂ ਰਾਮਦਾਸ ਸਾਹਿਬਾਂ ਉਹਨਾਂ ਦੇ ਜਨਮਾਂ ਜਨਮਾਂਤਰਾਂ ਦੇ ਜਿਹੜੇ ਅਘਨ ਪਾਪ ਸਨ ਨਾ, ਉਹ ਹਰਿਓ ਨਸ਼ਟ ਹੋ ਗਏ। ਉਹਨਾਂ ਦੇ ਜਨਮਾਂ ਜਨਮਾਂਤਰਾਂ ਦੇ ਪਾਪ ਨਸ਼ਟ ਹੋ ਗਏ। ਦੁਨੀਆ ਦੇ ਲੋਗੋ ਜਪੋ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ, ਜਪੋ ਉਹਦੀ ਸ਼ਰਨ ਲਓ, ਉਹਦੀ ਬਖਸ਼ਿਸ਼ ਨਾਮ ਨੂੰ ਧਿਆਵੋ। ਕਿਤੇ ਸਾਡੇ ਵੀ ਪਾਪੀਆਂ ਦੇ ਪਾਪ ਮਿਟ ਜਾਣ, ਕਿਤੇ ਸਾਡੇ ਵੀ ਮਨਾਂ ਨੂੰ ਭਟਕਦਿਆਂ ਹੋਇਆਂ ਨੂੰ ਸ਼ਾਂਤੀ ਆ ਜਾਵੇ, ਕਿਤੇ ਧਿਆਨ ਟਿਕਾਈਏ ਸਤਿਗੁਰੂ ਦੇ ਚਰਨਾਂ ਨਾਲ ਜੁੜ ਜਾਈਏ। ਨਿਸਬਾਸੁਰ ਏਕ ਸਮਾਨ ਧਿਆਨ, ਜਿਨ੍ਹਾਂ ਨੇ ਨਿਸ ਦਾ ਅਰਥ ਰਾਤ ਹੁੰਦਾ ਤੇ ਬਾਸੁਰ ਮੈਨਾ ਦਿਨ ਹੁੰਦਾ, ਜਿਨ੍ਹਾਂ ਨੇ ਰਾਤ ਦਿਨੇ ਏਕ ਸਮਾਨ ਇੱਕ ਬਿਰਤੀ ਜੋੜ ਕੇ ਇਕਾਗਰ ਚਿੱਤ ਹੋ ਕੇ ਤਨ ਮਨ ਇੱਕ ਕਰਕੇ ਔਰ ਫੁਰਨੇ ਵਿਚਾਰ ਇੱਕ ਕਰਕੇ ਸਮਾਨ ਅੰਦਰੋਂ ਬਾਹਰੋਂ ਸਮਾਨਤਾ ਲਿਆ ਕੇ, ਸਰੋਤ ਸਮਝ ਦੀ ਸਮਾਨਤਾ ਲਿਆ ਕੇ, ਦ੍ਰਿਸ਼ਟੀ ਬੋਲ ਦੀ ਸਮਾਨਤਾ ਲਿਆ ਕੇ ਔਰ ਤਨ ਮਨ ਦੀ ਸਮਾਨਤਾ ਲਿਆ ਕੇ ਇੱਕ ਪਰਮਾਤਮਾ ਦਾ ਧਿਆਨ ਅੰਦਰ ਟਿਕਾਇਆ, ਇੱਕ ਮਾਲਕ ਦਾ ਸੋ ਨਾਮ। ਜਦੋਂ ਐਸਾ ਧਿਆਨ ਧਰ ਕੇ ਨਾਮ ਜਪਦਾ ਹੈ ਨਾ, ਗੁਰੂ ਦੇ ਚਰਨਾਂ ਦਾ ਧਿਆਨ ਧਰ ਕੇ ਸਿੱਖ ਹਿਰਦੇ ਵਿੱਚ ਨਾਮ ਜਪਦਾ ਹੈ, ਸਿਮਰਨ ਕਰਦਾ ਹੈ, ਤੇ ਫਿਰ ਕੀ ਹੁੰਦਾ ਹੈ? ਨਾਮ ਸੁਣੇ। ਉਹ ਨਾਮ ਨੂੰ ਸੁਣ ਕੇ ਸੁਤ ਭਾਨ ਡਰਿਓ। ਔਰ ਜਿਹੜਾ ਸੀ ਨਾ ਭਾਨ, ਭਾਨ ਦਾ ਅਰਥ ਹੈ ਸੂਰਜ, ਤੇ ਸੂਰਜ ਦਾ ਸੁਤ ਪੁੱਤਰ ਏ ਜਮਰਾਜ, ਜਿਹਨੂੰ ਕਹਿੰਦੇ ਆ ਸੂਰਜ ਨਹੀਂ, ਜਿਹੜਾ ਸੂਰਜ ਉਦੇ ਹੁੰਦਾ ਨਾ ਤੇ ਇੱਕ ਗ੍ਰਹਿ ਆ। ਔਰ ਉਹ ਵਿਅਕਤੀ ਸੀ, ਰਾਜਾ ਸੀ, ਉਹਦਾ ਤੇਜ ਪ੍ਰਤਾਪ ਵੇਖ ਕੇ ਨਾ ਇਹ ਤਪਦੇ ਗ੍ਰਹਿ ਦਾ ਨਾਮ ਸੂਰਜ ਰੱਖ ਦਿੱਤਾ ਹੈ। ਸੂਰਜਵੰਸ਼ੀ ਇੱਕ ਰਾਜਾ ਹੋਇਆ ਹੈ। ਕਿਤੇ ਰਾਜਿਆਂ ਦੀਆਂ ਗਾਥਾਵਾਂ ਪੜ੍ਹਨ ਨੂੰ ਮਿਲਣ ਤੇ ਪੜ੍ਹਿਓ ਜੇ। ਇਹ ਸੂਰਜਵੰਸ਼ੀ ਰਾਜਾ ਹੋਇਆ, ਇੱਕ ਚੰਦਰਵੰਸ਼ੀ ਰਾਜਾ ਹੋਇਆ ਹੈ। ਔਰ ਉਹਦਾ ਸੁਭਾਅ ਬੜਾ ਠਰਮੇ ਵਾਲਾ, ਸੀਤਲ ਸੀ, ਟਿਕਾਊ ਸੀ। ਉਹਦੀ ਸ਼ਾਂਤੀ ਨੂੰ ਦੇਖ ਕੇ ਇਹ ਠੰਡੇ ਗ੍ਰਹਿ ਦਾ ਨਾਮ ਚੰਦਰ ਰੱਖ ਦਿੱਤਾ, ਚੰਦਰਮਾ। ਹੋਰ ਇਹ ਕੋਈ ਚੱਲਦੇ ਫਿਰਦੇ ਨਹੀਂ ਸਨ, ਇਹ ਤਾਂ ਗ੍ਰਹਿ ਨੇ, ਉਹਨਾਂ ਤੋਂ ਨਾਂ ਰੱਖ ਦਿੱਤਾ। ਜਿਵੇਂ ਕੋਈ ਚੰਗਾ ਔਰ ਰਾਜਾ ਆਵੇ, ਮਹਾਂਪੁਰਸ਼ ਹੋਵੇ, ਉਹਦੇ ਨਾਮ ਤੇ ਕੈਲੰਡਰ ਬਣ ਜਾਂਦਾ ਹੈ, ਨਾ ਕਿ ਸੰਨ ਬਣ ਜਾਂਦਾ, ਨਾ ਹੀ ਉਹ ਰਾਜਾ ਸੰਨ ਹੁੰਦਾ ਹੈ, ਨਾ ਹੀ ਉਹ ਮਹਾਂਪੁਰਸ਼ ਸੰਨ ਹੁੰਦਾ ਹੈ, ਉਹਦੇ ਨਾਂ ਤੇ ਬਣਦਾ ਹੈ। ਇਹ ਚੰਦਰਵੰਸ਼ੀ ਰਾਜੇ ਦੇ ਨਾਮ ਤੇ ਚੰਦਰਮਾ, ਇਸ ਗ੍ਰਹਿ ਦਾ ਨਾਮ ਚੰਦਰਮਾ ਰੱਖਿਆ ਗਿਆ। ਔਰ ਜਿਹੜਾ ਸੀ ਸੂਰਜਵੰਸ਼ੀ ਰਾਜੇ ਦੇ ਨਾਂ ਤੇ ਦਾ ਨਾਮ ਸੂਰਜ ਜਿਹੜਾ ਹੈ ਪੈ ਗਿਆ। ਕਹਿੰਦੇ ਉਹਦਾ ਪੁੱਤਰ ਜਿਹੜਾ ਸੀ ਧਰਮਰਾਜ ਔਰ ਯਮ, ਔਰ ਕਹਿੰਦੇ ਉਹ ਡਰਨ ਲੱਗ ਪਿਆ, ਨਾਮ ਵਾਲਿਆਂ ਦੇ ਨੇੜੇ ਨਹੀਂ ਆਉਂਦਾ, ਦੰਡ ਦੇ ਨਹੀਂ ਸਕਦਾ। ਔਰ ਭੰਨ ਦਾਸ ਸੁਆਸ ਜਗਤਰ ਗੁਰੂ ਕੀ, ਔਰ ਦਾਸ ਨਾਮਾ ਭੱਟ ਭੰਨ ਉਚਾਰਦਾ ਹੈ, ਉਚਾਰਨ ਕਰਦਾ ਹੈ। ਕਹਿ ਲੱਗਾ ਸੋ ਸਰੇਸ਼ਟ ਆਸ ਜਗਤਰ ਗੁਰੂ ਕੀ, ਜਗਤ ਦੇ ਮਾਲਕ ਗੁਰੂ, ਅੰਧਕਾਰ ਕੱਟਣ ਵਾਲੇ ਦੀ ਮਨ ਅੰਦਰ ਆਸ ਹੈ, ਇੱਛਾ ਹੈ, ਪ੍ਰਗਟ ਕਰਦਾ ਹੈ। ਔਰ ਪਾਰਸ ਭੇਟ ਪਰਸ ਕਰਿਓ, ਜਿਹੜਾ ਪਾਰਸ ਨੂੰ ਛੋਹ ਕੇ ਪਰਸ ਕਰਿਓ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਛੋਹ ਪ੍ਰਾਪਤ ਕੀਤੀ, ਬਖਸ਼ਿਸ਼ ਕੀਤੀ ਗੁਰੂ ਰਾਮਦਾਸ ਜੀ ਨੂੰ, ਤੇ ਉਹਨੂੰ ਪਾਰਸ ਬਣਾ ਦਿੱਤਾ, ਆਪਣਾ ਰੂਪ ਦੇ ਦਿੱਤਾ। ਵੈਸੇ ਦੁਨੀਆ ਦਾ ਪਾਰਸ ਪੈਦਾ ਨਹੀਂ ਕਰ ਸਕਦਾ, ਉਹ ਸੋਨਾ ਬਣਾ ਸਕਦਾ ਹੈ, ਪਰ ਗੁਰੂ ਪਾਰਸ ਉਹ ਆ ਜਿਹੜਾ ਆਪਣਾ ਰੂਪ ਦੇ ਦਿੰਦਾ ਹੈ। ਮਹਾਰਾਜ ਜੀ ਕਹਿੰਦੇ ਨੇ ਤੁਹਾਨੂੰ ਪਾਰਸ ਰੂਪ ਹੋਣ ਲਈ ਛੋਹ ਮਿਲ ਗਈ। ਗੁਰੂ ਅਮਰਦਾਸ ਮਹਾਰਾਜ ਦੀ ਪਾਰਸ ਭੇਟ ਮਿਲਾਪ ਹੋਇਆ, ਤੇ ਉਸ ਮਿਲਾਪ ਨੇ, ਬਖਸ਼ਿਸ਼ ਨੇ ਪਰਸ ਕਰਿਓ, ਤੁਹਾਡੇ ਨਾਲ ਸਪਰਸ਼ ਕੀਤਾ ਤੇ ਤੁਹਾਨੂੰ ਪਾਰਸ ਬਣਾ ਦਿੱਤਾ। ਆ ਕੇ ਅਨੇਕਾਂ ਜ਼ਿੰਦਗੀਆਂ ਜਿਹੜੀਆਂ ਗਲ ਸੜ ਗਈਆਂ ਸੀ, ਉਹਨਾਂ ਨੂੰ ਤੁਸੀਂ ਸੋਨੇ ਦੀ ਤਰ੍ਹਾਂ ਚਮਕਾ ਕੇ ਕੀਮਤ ਵਾਲੇ ਇੱਕ ਗਹਿਣਾ ਬਣਾ ਦਿੱਤਾ। ਔਰ ਰਾਮਦਾਸ ਗੁਰੂ ਹਰ ਸਤ ਕੀਓ,
सतगुरु रामदास महाराज ने हरि परमात्मा नूं सत निश्चय करके जानिया, यकीनन जानिया। उस गुरु अमरदास महाराज जी नो निर्गुण दा स्वरूप सत निश्चय करके भरोसे नाल जानिया। समर्थ गुरु सिर हथ धरियो, सर्व शक्तिवान गुरु अमरदास महाराज ने सिर दे उपर अपनी रहमत दा बख्शिश दा हथ धर दिता है ते अपने समान बना दिता है। अब राखो दास पाट की लाज। दास नामा भट्ट जिहड़ा है वो कहंदा महाराज किरपा करो, मैं तुहाडी शरण आया है गुरु रामदास साहब जी, और तुहाडे गुण गायन करने है, मेरे ते किरपा करो, हुण मेरी लाज रखो, इज्जत रखो। मैं बेइज्जत संसार अंदर भी ना होवां, मेरी बेइज्जती अगे दरगाह विच भी ना होवे। अब राखो दास भट्ट की लाज, मेरी लज्जा रखो। ते कोई आखे मेरी बांह पकड़ो, किवें बांह पकड़िए, मेरी हेल्प करो, किवें करिए। ते भट्ट जी फिर हवाला देंदे ने, दास ज भट्ट फिर हवाला देंदा भी ऐओ मेरी बांह पकड़ो। आपां ने ऐ घुट के बांह पकड़, ऐओ मेरे नाल खड़, जिवें फलाना फलाने नाल खड़ा। ते हुण एग्जाम्पल देंदे ने भट्ट जी, कह लगे जैसी राखी लाज भगत प्रहलाद की, हर नाख सफारे कर आज। जिस तरह तुसा ने और भगत प्रहलाद दी लाज इज्जत रखी, वो भगती करदा सी, उदा बाप करनी सी देंदा, उदा राजपाट सी, वो मारन ते तुले। ते जदों तेरे भगत नूं मारन लगे, मकाउन लगे ना, दुष्ट भगत नूं मकाउन लगे, महाराज जिहड़ा हरनाक्ष उदा बाप सी ना, फिर फारे कर और फाड़ दिता, चीर दिता कर हथ, आज उन्हां दे नौहां नाल अपने नौ वधा के किसी शस्त्र अस्त्र नाल नहीं, हरनाक्ष नूं विचालियों पाड़ दिता सी। ऐन गभ्यों धर के महाराज जिवें भगत लई प्रहलाद लई तुसी ये कुछ कीता, ओदी मदद ते आए ते ओदी इज्जत रही, ओदी जय जयकार हुई, दुष्ट नूं लानतां पईयां। अगर परमात्मा मौके ते ना बौड़दा ते जे भगत नूं मार देंदा ते फिर दुष्ट दी जय जयकार होनी सी। मुकाता सो भगत, खत्म करता सो। हुण कोई लै रब दा नां, उहदे राज विच किसी ने रब नहीं मनना, सारे हरनाक्ष नूं रब मनदे सी। महाराज जिवें ओदी लाज रखी ना, मेरी लाज रखो, दास भट्ट कहंदा, ऐओ मेरी लाज रखो। दूजा हवाला दिंदे, फुना द्रौपदी लाज रखी हर प्रभ जी। हे प्रभु जी, फिर दूजा हवाला, द्रौपदी महाराजा द्रौपदी पुत्री, और तुसां ओदी भरी सभा विच लाज रखना कीती। बड़ी लंबी चौड़ी कथा है, भाई गुरदास जी ने भी इहनूं कोट कीता होया है कि और जिहड़ी दुशासन ने सभा दे विच वालां तो पकड़ के लियांदी है, महाभारत दे कांड विच भी आउंदी आ। और ये जिहड़ी बड़ी लंबी कथा मैं शॉर्टकट बयान करा। महाराज जिवें सभा दे विच, राज सभा विच द्रौपदी दी रक्षा करन वाला कोई नहीं, ना पंजो पांडो जिहड़े उहदे पंज पति सन, ना ओहदी रखवाली कर सकदे, इज्जत बचा सकदे, ते दूजे तां इज्जतों तो बेइज्जत करन नूं तैयार सन। जिहड़ा दुर्योधन दा लाना सी सारा, ते दुर्योधन दे छोटे भरा दा नाम दुशासन है, और दुशासन नूं हुक्म होया सी कि पकड़ के घरों घसीट के लिआया सी, ते दुशासन ही ने ही उहदे वस्त्रां नूं हथ पाया सी। और वो दुशासन ने जदों उहदे उहनूं नगेज करना चाहया, बेइज्जत करना चाहया, मेरे प्रभु उदों भी तुसां वो रूप धार के उस युग दे विच उहदी लाज रखी। शीनता बस्तर दीन बाओ साज, वो बस्तर उहदे छीनदे सन और खोंदे सन, लाउंदे सन, पर तुसां ने इन्ना कपड़ा जिहड़ा सी साजो समान दे भेज दिता कि ओहदे तन दी भी इज्जत रखी, ते ऐवें ही मन दी भी रखदे हो। जिवें ओहदी लाज रखी सी ना, ते इस भट्ट दी भी लाज रखो।
ਉਹਨੇ ਤਾਂ ਤੁਹਾਨੂੰ ਆਵਾਜ਼ ਮਾਰੀ, ਪੁਕਾਰਿਆ ਸੀ, ਮੈਂ ਤਾਂ ਤੁਹਾਡੇ ਗੁਣ ਗਾਇਨ ਕਰਨੇ ਆ, ਮੇਰੀ ਲਾਜ ਰੱਖੋ, ਮੇਰੇ ਤੇ ਕਿਰਪਾ ਕਰੋ। 2 ਹਵਾਲੇ ਦਿੱਤੇ ਮਹਾਰਾਜ ਦੀ। ਤੀਜਾ ਹਵਾਲਾ ਮਹਾਰਾਜ ਦੇ ਸਾਹਮਣੇ ਭੱਟ ਜੀ ਕਹਿੰਦੇ, ਸੁਦਾਮਾ ਅਪਦਾ ਤੇ ਰਾਖਿਆ। ਜਿਹੜਾ ਸੁਦਾਮਾ ਸੀ ਨਾ, ਤੇ ਦੁਆਪਰ ਦਾ ਅਵਤਾਰੀ ਮਹਾਂਪੁਰਸ਼ ਸ਼੍ਰੀ ਕ੍ਰਿਸ਼ਨ ਜੀ, ਇਹ ਦੋਨੇ ਬਾਲ ਸਿਖਾਈ ਮਿੱਤਰ ਸਨ ਤੇ ਗੋਕਲ ਵਿੱਚ ਸੰਦੀਪਨ ਦੇ ਕੋਲ ਉਸਤਾਦ ਦੇ ਇਕੱਠੇ ਪੜ੍ਹਦੇ ਸਨ। ਤੇ ਹਾਲਾਂਕਿ ਪੜ੍ਹਨ ਵਿੱਚ ਇਹ ਵੀ ਵਿਦਵਾਨ ਕਹਿੰਦੇ ਬਈ ਸੁਦਾਮਾ ਜ਼ਿਆਦਾ ਹੁਸ਼ਿਆਰ ਸੀ। ਇਹ ਇੱਕ ਰਾਜ ਘਰਾਣੇ ਦਾ ਬੱਚਾ ਸੀ ਔਰ ਕ੍ਰਿਸ਼ਨ ਜੀ ਤੇ ਉਹ ਇੱਕ ਗਰੀਬ ਬ੍ਰਾਹਮਣ ਦਾ ਬੱਚਾ ਸੀ, ਪਰ ਹੈ ਮਿੱਤਰ ਸਨ। ਤੇ ਉਹ ਜਾ ਕੇ ਦਵਾਰਕਾ ਦਾ ਰਾਜਾ ਬਣ ਗਿਆ, ਵੱਡਾ ਹੋ ਕੇ ਸਿੱਖਿਆ ਪੂਰੀ ਕਰਕੇ। ਔਰ ਉਹ ਜਿਹੜਾ ਕੰਗਾਲ ਤਾਈ ਦੇ ਨਾਲ ਕੁਲੇ ਔਰ ਬੱਚੇ ਵਿਵਾਹਿਆ ਗਿਆ, ਬੱਚੇ ਹੋ ਗਏ, ਕੱਪੜੇ ਪਾਟੇ, ਕੋਈ ਹਾਲ ਨਹੀਂ। ਪਰ ਇੱਕ ਦਿਨ ਐਸਾ ਆਇਆ, ਇਸ ਕਥਾ ਵੀ ਇਹ ਵੀ ਬਹੁਤ ਲੰਬੀ ਆ ਤੇ ਭਾਈ ਗੁਰਦਾਸ ਨੇ ਹੋਰ ਗ੍ਰੰਥਕਾਰਾਂ ਨੇ ਇਹਨੂੰ ਕੋਟ ਕੀਤਾ। ਤੇ ਇੱਕ ਦਿਨ ਗਰੀਬੀ ਤੋਂ ਤੰਗ ਆਇਆ, ਚੁੱਲ੍ਹਾ ਵੀ ਘਰ ਵਿੱਚ ਤਪਦਾ ਨਹੀਂ ਸੀ, ਮੰਗਿਆ ਰੋਟੀ ਕੋਈ ਨਹੀਂ ਸੀ ਦਿੰਦਾ। ਤੇ ਜਦ ਮੰਗਣ ਵਾਸਤੇ ਚੱਲਦਾ ਸੀ, ਜਵਾਕ ਪਿੱਛੇ ਜਿਵੇਂ ਕਮਲੇ ਦੇ ਪਿੱਛੇ ਉਹਨੂੰ ਛੇੜਦੇ ਆ ਨਾ, ਇੱਟਾਂ ਰੋੜੇ ਮਾਰਦੇ। ਸੁਦਾਮੇ ਦੀ ਇਹ ਹਾਲਤ ਸੀ। ਸੁਦਾਮਾ ਘਰ ਆਪਣੇ ਆਇਆ, ਘਰ ਵਾਲੀ ਨੇ ਉਹ ਕਿਤੇ ਗੁਆਂਢਣ ਨੇ ਕਿਹਾ ਕਿ ਤੇਰੇ ਘਰ ਵਾਲੇ ਦਾ ਮਿੱਤਰ ਦਵਾਰਕਾ ਦਾ ਰਾਜਾ ਹੈ ਤੇ ਤੁਸੀਂ ਉਹਦੇ ਕੋਲ ਕਿਉਂ ਨਹੀਂ ਜਾਂਦੇ? ਅੱਜ ਘਰ ਵਾਲੀ ਨੇ ਕਿਹਾ ਸੁਦਾਮੇ ਨੂੰ ਕਿ ਤੁਸੀਂ, ਤੁਹਾਡਾ ਬਾਲ ਸਿਖਾਈ ਮਿੱਤਰ ਹੈ, ਬਚਪਨ ਵਿੱਚ ਇਕੱਠੇ ਪੜ੍ਹੇ, ਇਕੱਠੇ ਰਹੇ ਤੇ ਇਕੱਠੇ ਹੀ ਅੱਗੇ ਪਿੱਛੇ ਨੂੰ ਜਾਣਾ। ਕਹਿੰਦੇ ਇੱਕ ਵਾਰ ਸੰਦੀਪਨ ਜੀ ਨੇ, ਉਸਤਾਦ ਨੇ ਪਾਠਸ਼ਾਲਾ ਵਿੱਚੋਂ ਸੁਦਾਮੇ ਨੂੰ ਕਿਹਾ, ਜਾ ਲੱਕੜਾਂ ਜੰਗਲ ਚੋਂ ਲੈ ਕੇ ਆ, ਠੰਡ ਆ, ਅੱਗ ਮਚਾਉਣੀ। ਪਰ ਨਾਲ ਔਰ ਮਿੱਤਰ ਕਰਕੇ ਕ੍ਰਿਸ਼ਨ ਜੀ ਕਹਿੰਦੇ ਮੈਂ ਵੀ ਜਾਵਾਂਗਾ। ਦੋਵੇਂ ਹੀ ਲੱਕੜਾਂ ਲੈਣ ਗਏ। ਜਿੱਧਰ ਨੂੰ ਮੇਰੇ ਕਹਿਣ ਤੋਂ ਮੁਰਾਦ ਜਾਣਾ, ਇਕੱਠਿਆਂ ਨੇ ਜਾਣਾ, ਜੋ ਕੁਝ ਕੋਲ ਹੋਣਾ ਇੱਕ ਦੂਜੇ ਤੋਂ ਲੈ ਕੇ ਖਾਣਾ ਵੰਡ ਕੇ ਦੋਨਾਂ ਨੇ। ਕਹਿੰਦੀ ਵੀ ਉਹ ਤੇਰਾ ਮਿੱਤਰ ਹੈ। ਤੇ ਸੁਦਾਮਾ ਕਹਿੰਦਾ ਬਈ ਉਹ ਰਾਜਾ ਬਣ ਗਿਆ। ਰਾਜੇ ਕੌਣ, ਕਿਹਨੂੰ ਗਰੀਬ ਨੂੰ ਜਾਣਦੇ ਹੁੰਦੇ, ਤੂੰ ਰਹਿਣ ਦੇ। ਕਹਿੰਦੀ ਫਿਰ ਮੈਂ ਚਲੀ ਜਾਨੀ ਆ, ਐਸਾ ਗਰੀਬੀ ਨਾਲੋਂ ਤਾਂ ਚੰਗਾ ਹੈ ਜੇ ਤੁਹਾਡਾ ਮਿੱਤਰ ਹੈ ਤੇ ਮੇਰਾ ਵੀ ਤਾਂ ਰਿਸ਼ਤੇਦਾਰ ਬਣਿਆ ਨਾ, ਦੇਵਰ ਹੀ ਸਹੀ। ਪਰ ਉਹਨੇ ਕਿਹਾ ਨਹੀਂ, ਤੂੰ ਜਾਏਂਗੀ ਮੇਰੀ ਇੱਜ਼ਤ ਚਲੀ ਜਾਏਗੀ, ਮੈਂ ਜਾਵਾਂਗਾ। ਆਖਰਕਾਰ ਸੁਦਾਮਾ ਚਲਾ ਗਿਆ। ਇਹ ਬੜੀ ਲੰਬੀ ਚੌੜੀ ਕਥਾ, ਕਿਵੇਂ ਗਿਆ, ਕੀ ਹੋਇਆ। ਔਰ ਘਰ ਵਿੱਚ ਕੁਝ ਲਿਜਾਣ ਲਈ ਨਹੀਂ, ਗਵਾਂਢਣ ਤੋਂ ਚੌਲ ਲਏ, ਛੜੇ ਹੋਏ ਥੋੜੇ ਜਿਹੇ ਤੇ ਉਹ ਪੱਲੇ ਬੰਨ ਲਏ ਤੇ ਦਵਾਰਕਾ ਜਿਹੜਾ ਸੀ ਵੱਡਾ ਗੇਟ, ਉੱਥੇ ਜਾ ਪਹੁੰਚਿਆ। ਜਦ ਉੱਥੇ ਪਹੁੰਚ ਗਿਆ ਤੇ ਉਸ ਦਵਾਰਪਾਲਾਂ ਨੂੰ ਕਹਿਣ ਲੱਗਾ ਬਈ ਮੈਂ ਔਰ ਭਗਵਾਨ ਕ੍ਰਿਸ਼ਨ ਜੀ ਨੂੰ ਮਿਲਣਾ। ਕਹਿੰਦੇ ਵੀ ਤੂੰ ਕਿਉਂ ਮਿਲਣਾ? ਕਹਿੰਦਾ ਵੀ ਮੈਂ ਉਹਦਾ ਮਿੱਤਰ ਏ। ਇੱਕ ਜਿਹੜਾ ਉੱਚੇ ਰੁਤਬੇ ਤੇ ਹੋਵੇ ਤੇ ਫਕਰ ਨਾਲ ਕਿਤੇ ਗਰੀਬ ਕਹਿ ਦੇ ਨਾ ਬਈ ਇਹ ਮੇਰਾ ਮਿੱਤਰ, ਮੈਨੂੰ ਜਾਣਦਾ, ਤੇ ਦੂਜੇ ਉੱਤੇ ਮਖੌਲ ਕਰਨ ਲੱਗ ਪੈਂਦੇ, ਹੱਸਣ ਲੱਗ ਪਏ। ਕਹਿੰਦੇ ਇਹਦੇ ਵਰਗਾ? ਕਹਿੰਦਾ ਜਾਓ ਤੁਸੀਂ ਪਤਾ ਲੈ ਲਓ, ਜੇ ਕਹਿ ਦੇਗਾ ਮੈਂ ਮਿਲ ਲਵਾਂਗਾ, ਨਾ ਕਹੇਗਾ ਮੈਂ ਚਲਾ ਜਾਵਾਂਗਾ। ਦਵਾਰਪਾਲ ਨੇ ਬੰਦਾ ਅੰਦਰ ਭੇਜਿਆ, ਉਹ ਚਲਾ ਗਿਆ। ਆਉਣ ਤੇ ਟਾਈਮ ਲੱਗ ਗਿਆ ਤੇ ਇਹਦੇ ਉੱਪਰ ਦੂਜੇ ਮਖੌਲ ਕਰ ਰਹੇ ਸੀ। ਇਹਨੇ ਜਾਣਿਆ ਹੁਣ ਨਹੀਂ ਆਉਂਦਾ, ਔਰ ਕੀ ਪਤਾ ਨਾ ਹੋਵੇ, ਵਾਪਸ ਤੁਰ ਪਿਆ। ਜਦੋਂ ਦਵਾਰਪਾਲ ਨੇ ਅੰਦਰ ਜਾ ਕੇ ਦੱਸਿਆ ਨਾ, ਮਹੱਲ ਦੇ ਅੰਦਰ ਆਪਣੇ ਨਿੱਜੀ ਪਰਿਵਾਰ ਕੋਲ ਬੈਠੇ ਨੂੰ, ਕਿ ਇੱਕ ਬਾਹਰ ਬ੍ਰਾਹਮਣ ਆਇਆ ਹੈ, ਤੁਹਾਡੇ ਮਿਲਣ ਦੀ ਇੱਛਾ ਕਰਦਾ ਹੈ। ਤੇ ਪੁੱਛਿਆ ਬਈ ਕੌਣ ਹੈ? ਕਹਿੰਦੇ ਉਹ ਔਰ ਬੜੀ ਦੂਰੋਂ ਚੱਲ ਕੇ ਆਇਆ ਹੈ। ਤੇ ਆਂਦੇ ਉਹਦੀ ਵੇਸ਼ ਭੂਸ਼ਾ ਕੈਸੀ ਹੈ, ਪਹਿਰਾਵਾ ਕਿਹੋ ਜਿਹਾ ਹੈ, ਉਹਦੇ ਬੋਲ ਚਾਲ, ਉਹਦੀ ਔਰ ਪਹਿਰਾਵੇ ਤੋਂ ਜਿਹੜਾ ਹੈ ਨਾ ਪਤਾ ਲੱਗ ਜਾਂਦਾ ਸੀ ਬਈ ਇਹ ਕੌਣ ਬੰਦਾ ਹੈ। ਤੇ ਜਦੋਂ ਉਹਨਾਂ ਦੱਸਿਆ, ਕਹਿੰਦੇ ਪੈਰਾਂ ਵਿੱਚ ਜੁੱਤੀ ਕੋਈ ਨਹੀਂ, ਔਰ ਸਿਰ ਤੇ ਪੱਗ ਕੋਈ ਨਹੀਂ, ਸਰੀਰ ਤੇ ਝੱਗਾ ਕੋਈ ਨਹੀਂ, ਤੇ ਜਿਹੜੀ ਧੋਤੀ ਬੱਧੀ ਹੋਈ ਆ ਉਹ ਵੀ ਐਂ ਲੱਗਦਾ ਬਈ ਇਹਨੂੰ ਕਿਤੇ ਔਰ
ਇਹਦਾ ਇਸ਼ਨਾਨ ਕਰਾਇਆ ਹੀ ਨਹੀਂ ਹੋਣਾ ਤੇ ਤੁਰਿਆ ਨਹੀਂ ਜਾਂਦਾ। ਸਦਾਮੇ ਦੇ ਸਿਰ ਤੇ ਉਹਨਾਂ ਕ੍ਰਿਸ਼ਨ ਜੀ ਨੂੰ ਕਿਹਾ ਪੱਗ ਨਹੀਂ, ਇਹਦਾ ਮਤਲਬ ਸੀ ਪੱਗ ਉਸ ਵੇਲੇ ਉਹਨਾਂ ਹੁੰਦੀ ਸੀ, ਪਰ ਲਾਉਣ ਦਾ ਪਤਾ ਨਹੀਂ ਕਿੱਥੋਂ ਇਹ ਰਿਵਾਜ ਤੁਰ ਪਿਆ ਹੈ। ਔਰ ਕਹਿੰਦੇ ਪੱਗ ਵੀ ਉਹਦੇ ਸਿਰ ਤੇ ਨਹੀਂ। ਤੇ ਜਦੋਂ ਪੁੱਛਿਆ ਬਈ ਕੀ ਆਇਆ ਕਿੱਥੋਂ, ਉਹ ਗੋਕਲ ਵਿੱਚੋਂ ਆਇਆ। ਤੇ ਕੀ ਕਹਿੰਦਾ ਹੈ, ਕਹਿੰਦੇ ਉਹ ਆਪਾਂ ਆਪਦੇ ਆਪ ਨੂੰ ਤੁਹਾਡਾ ਬਾਲ ਸਿਖਾਈ ਮਿੱਤਰ ਕਹਿੰਦਾ ਹੈ ਤੇ ਨਾਮ ਸਦਾਮਾ ਦੱਸਦਾ ਹੈ। ਕਹਿੰਦੇ ਮਿੱਤਰਤਾਈ ਦੀ ਇੰਨੀ ਰੱਖੀ ਕ੍ਰਿਸ਼ਨ ਭਗਵਾਨ ਜਿਹੜੇ ਸਨ ਉਸ ਵਕਤ ਦੇ, ਔਰ ਅਵਤਾਰੀ ਮਹਾਂਪੁਰਸ਼ ਛਾਲ ਮਾਰ ਕੇ ਸਿੰਘਾਸਨ ਤੋਂ ਉੱਠੇ। ਜੋੜਾ ਪਾਉਣਾ ਵੀ ਰਾਜ ਸਿੰਘਾਸਨ ਤੋਂ ਭੁੱਲ ਗਏ, ਭੱਜੇ ਮਿੱਤਰ ਵੱਲ ਨੂੰ, ਆ ਕੇ ਉਹਨੂੰ ਕਲਾਵੇ ਵਿੱਚ ਲਿਆ, ਆਪਣੇ ਸਿੰਘਾਸਨ ਤੇ ਬਿਠਾਇਆ, ਉਹਦੇ ਚਰਨ ਧੋਤੇ, ਉਹਦੀਆਂ ਪਰਿਕਰਮਾ ਕੀਤੀਆਂ ਤੇ ਬੜੇ ਪ੍ਰੇਮ ਨਾਲ ਉਹਨੂੰ ਕਈ ਦਿਨ ਰੱਖਿਆ, ਸੁੰਦਰ ਪੁਸ਼ਾਕਾਂ ਪਹਿਨਾ ਕੇ। ਹਾਲਤ ਨੂੰ ਦੇਖ ਕੇ ਮਿੱਤਰ ਦੀ ਨੂੰ ਮਿੱਤਰ ਸਮਝ ਗਿਆ, ਪਰ ਪਿਆਰਿਓ ਰਥਵਾਹੀ ਨੂੰ ਭੇਜਿਆ, ਜਾ ਹੁਣ ਇਹਨੂੰ ਇਹਦੇ ਘਰ ਛੱਡ ਕੇ ਆ। ਜਦੋਂ ਸਦਾਮਾ ਆਪਣੇ ਘਰ ਪਹੁੰਚਿਆ ਤੇ ਆ ਕੇ ਵੇਖਦਾ ਜਿੱਥੇ ਸਦਾਮੇ ਦੀ ਕੁੱਲੀ ਸੀ ਉੱਥੇ ਬੜੇ ਬਾਗ ਬਗੀਚੇ ਲੱਗੇ ਨੇ। ਇਹ ਥੋੜਾ ਸਮਾਂ ਨਹੀਂ ਸੀ, ਬੜਾ ਲੰਮਾ ਸਮਾਂ ਕ੍ਰਿਸ਼ਨ ਜੀ ਦੇ ਕੋਲ ਸਦਾਮਾ ਉੱਥੇ ਰਹਿ ਕੇ ਆਇਆ, ਉਹਨੇ ਆਉਣ ਨਾ ਦਿੱਤਾ। ਤੇ ਕਹਿੰਦਾ ਬਈ ਚੰਗਾ ਗਿਆ ਸਾਂ, ਕੁਝ ਰੋਟੀ ਲਈ, ਬਈ ਉੱਥੇ ਸ਼ਰਮਨ ਦਾ ਮਾਰਾ ਮੈਂ ਕੁਝ ਕਹਿ ਨਾ ਸਕਿਆ, ਔਰ ਆਉਂਦਿਆਂ ਨੂੰ ਕਿਸੇ ਨੇ ਮੇਰੀ ਝੋਪੜੀ ਤੇ ਬੱਚੇ ਪਤਾ ਨਹੀਂ ਕਿੱਧਰ ਔਰ ਭਜਾ ਦਿੱਤੇ ਨੇ, ਇੱਥੇ ਤੱਕ ਕਿਸੇ ਨੇ ਮਹੱਲ ਉਸਾਰ ਲਿਆ। ਔਰ ਇੰਨੇ ਨੂੰ ਅਜੇ ਸੋਚਦਾ ਹੀ ਪਿਆ ਸੀ, ਦੋ ਛੱਤੇ ਮਹੱਲ ਦੇ ਵਿੱਚੋਂ ਇਹਦਾ ਵੱਡਾ ਪੁੱਤਰ ਬਲਦੇਵ ਚੰਦਰ ਜਿਹੜਾ ਸੀ, ਉਹਨੇ ਆਵਾਜ਼ ਮਾਰੀ ਪਿਤਾ ਜੀ ਆ ਗਏ। ਭੱਜ ਕੇ ਪਰਿਵਾਰ ਨੇ ਚਰਨ ਪਰਸੇ, ਚਰਨਾਂ ਤੇ ਢਏ ਤੇ ਪੁੱਛਦਾ ਹੈ ਸੁਦਾਮਾ ਇਹ ਕਿਵੇਂ? ਕਹਿੰਦੇ ਜਿੱਦਣ ਤੁਸੀਂ ਚਲੇ ਗਏ ਉਦੋਂ ਬਾਅਦ ਪਤਾ ਨਹੀਂ ਕਿੰਨੇ ਕੁ ਕਾਰੀਗਰ, ਕਿੰਨੇ ਕੁ ਮਜ਼ਦੂਰ ਆਏ, ਔਰ ਬਹੁਤ ਤੇਜ਼ੀ ਦੇ ਨਾਲ ਇਹ ਸਭ ਕੁਝ ਬਣਾ ਦਿੱਤਾ। ਤੇ ਔਰ ਨੇਤਰ ਤੇ ਕੰਠ ਭਰ ਕੇ ਸੁਦਾਮਾ ਕਹਿੰਦਾ, ਕਹਿਣ ਲੱਗਾ ਤੂੰ ਮੇਰੀ ਹਾਲਤ ਨੂੰ ਵੇਖ ਕੇ ਸਭ ਕੁਝ ਮੇਰੇ ਮਿੱਤਰ ਨੇ ਮਾਪ ਲਿਆ ਕਿ ਇਹਦੀ ਹਾਲਤ ਇਹੋ ਜਿਹੀ ਏ। ਉਹਦੀ ਦਲਿੱਦਰਤਾਈ ਚੱਕ ਦਿੱਤੀ। ਕਹਿੰਦੇ ਗੁਰੂ ਕੋਲ ਆ, ਉਹ ਬਿਨ ਬੋਲਿਆ ਸਭ ਕੁਛ ਜਾਣਦਾ। ਗੁਰੂ ਕੋਲ ਆਓ, ਤੇਰੇ ਅੰਦਰ ਦੀਆਂ ਜਾਣਦਾ ਹੀ। ਇਹ ਅੰਦਰ ਬਾਹਰ ਦੀਆਂ ਕੰਗਾਲਤਾਈਆਂ ਗੁਰੂ ਰਾਮਦਾਸ ਸਾਹਿਬ ਚੱਕ ਦਿੰਦਾ। ਗੁਰੂ ਰਾਮਦਾਸ ਸਾਹਿਬ ਐਉਂ ਮੇਰੀ ਪੈਜ ਰੱਖੋ ਜਿਵੇਂ ਸਦਾਮੇ ਦੀ ਕੰਗਾਲਤਾਈ, ਉਹਦੀ ਬਿਪਤਾ ਦਾ ਸਮਾਂ ਚੱਕ ਦਿੱਤਾ। ਗਣਕਾ ਪੜਤ ਪੂਰੇ ਤੇ ਕਾਜ, ਔਰ ਗਣਕਾ ਪਾਪਨ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ। ਭਾਈ ਗੁਰਦਾਸ ਜੀ ਨੇ ਲਿਖਿਆ, ਮੈਂ ਸ਼ਾਰਟਕਟ ਬਿਆਨ ਕਰਨਾ। ਔਰ ਉਹ ਗਣਕਾ ਪਾਪ ਕਰਦੀ ਤੇ ਉਹਦੇ ਘਰ ਵਿੱਚ ਅਚਾਨਚਕ, ਔਰ ਜਿਹੜਾ ਸੀ ਅਚਨਚੇਤ, ਕੁਝ ਵਿਦਵਾਨ ਕਹਿੰਦੇ ਬਈ ਬਰਖਾ ਦਾ ਸਮਾਂ ਸੀ, ਸਾਧੂ ਆ ਗਿਆ, ਬਰਖਾ ਤੋਂ ਬਚਣ ਕਰਕੇ ਉਹਨੇ ਦੇਖਿਆ ਬਈ ਅੱਗੇ ਵਿਸ਼ਾਈ ਲੋਕ ਆਉਂਦੇ, ਸਾਧੂ ਮੇਰੇ ਇਸ ਘਰ ਵਿੱਚ ਕਿਵੇਂ ਦਾਖਲ ਹੋਇਆ? ਕਹਿਣ ਲੱਗੀ ਮਹਾਤਮਾ ਜੀ ਮੇਰਾ ਆਚਰਣ ਇਹੋ ਜਿਹਾ, ਤੁਸੀਂ ਆਏ ਹੋ। ਕਹਿਣ ਲੱਗੇ ਬੇਟਾ ਮੈਂ ਤਾਂ ਕੇਵਲ ਇਹ ਵਰਖਾ ਤੋਂ ਰੁਕਿਆ ਤੇ ਮੈਂ ਹੁਣ ਚਲੇ ਜਾਣਾ। ਆ ਮੇਰੇ ਕੋਲ ਇੱਕ ਤੋਤਾ ਹੈ, ਇਹ ਰਾਮ ਰਾਮ ਰੱਬ ਰੱਬ ਜਪਦਾ ਹੈ, ਤੇ ਜਿੰਨਾ ਚਿਰ ਮੈਂ ਆਉਂਦਾ ਨਹੀਂ ਇਹਨੂੰ ਤੂੰ ਜਪਾਇਆ ਕਰੀ। ਇਹ ਇੱਕ ਚੰਗਾ ਸਾਡਾ ਬਚਨ ਮੰਨ ਲੈ, ਬਾਕੀ ਤਾਂ ਤੇਰਾ ਜੀਵਨ ਜਿਹੋ ਜਿਹਾ ਹੈ। ਉਹਨੇ ਇਸ਼ਨਾਨ ਪਾਨ ਕਰਨਾ, ਤੋਤੇ ਨੂੰ ਰਾਮ ਰਾਮ ਜਪਾਉਣਾ। ਉੱਥੇ ਭਾਈ ਗੁਰਦਾਸ ਸਾਹਿਬ ਨੇ ਲਿਖਿਆ, ਦੁਰਮਤ ਦੇਖ ਦਇਆਲ ਹੋਏ। ਉਹਦੀ ਭੈੜੀ ਮੱਤ ਦੇਖ ਕੇ ਸਾਧੂ ਦੇ ਮਨ ਅੰਦਰ ਦਇਆ ਆ ਗਈ, ਔਰ ਦਿੱਤੋਸ ਉਸ ਨੂੰ ਤੋਤਾ ਹੱਥੋਂ, ਦਿੱਤੋਸ ਤੋਤਾ ਹੱਥ ਵਿੱਚੋਂ ਆਪਣੇ ਉਹ ਤੋਤਾ ਮਹਾਤਮਾ ਨੇ ਦੇ ਦਿੱਤਾ। ਤੇ ਤੋਤੇ ਤੋਂ ਉਹਦੀ ਲਿਵ ਜੁੜ ਗਈ। ਉਹਨੂੰ ਰਾਮ ਰਾਮ ਜਪਾਉਂਦਿਆਂ ਤਾਂ ਗਣਕਾ ਦਾ ਨਾਮ ਆਇਆ ਹੈ। ਔਰ ਪਹਿਲਾਂ ਉਹਦਾ ਜੀਵਨ ਪਾਪਾਂ ਵਾਲਾ ਸੀ, ਪ੍ਰਾਸ਼ਤ ਕਰਕੇ ਜਾਪ ਨਾਲ ਪਾਪ ਮੇਟ ਕੇ ਔਰ ਪਰਮਾਤਮਾ ਦੇ ਘਰ ਵਿੱਚ ਪ੍ਰਵਾਨ ਹੋਈ, ਤਾਂ ਬਾਣੀ ਵਿੱਚ ਨਾਂ ਆਇਆ। ਸਿੱਖਾ ਤੇਰੇ ਇਹੋ ਜਿਹਾ ਮਾੜਾ ਜੀਵਨ ਵੀ ਆ ਨਾ, ਸਭ ਕੁਝ ਤਿਆਗ ਕੇ ਪ੍ਰਭੂ ਦਾ ਲੜ ਪਕੜ ਲੈ।
ਅੱਗੇ ਮਾਰਗ ਚੰਗਾ ਚੁਣ ਲੈ। ਮੇਰਾ ਪ੍ਰਭੂ ਇਹ ਨਹੀਂ ਕਹਿੰਦਾ ਕਿ ਪਹਿਲਾਂ ਕੀ ਕੀਤਾ ਹੈ ਉਹ ਸਾਰਿਆਂ ਨੂੰ ਨਾਸ਼ ਕਰ ਦੇਵੇਗਾ। ਕੂਟ ਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ। ਕਰੋੜਾਂ ਪਾਪਾਂ ਨੂੰ ਨਾਸ਼ ਕਰ ਦਿੰਦਾ ਹੈ। ਨਾਮ ਜਿਹੜਾ ਹੈ ਉਹਨੂੰ ਜਪ। ਮਹਾਰਾਜ ਗਨਕਾ ਪੜਤ ਨਾਮ ਜਪਦੀ ਹੋਈ ਪੂਰੇ ਤੇ ਕਾਜ ਉਹਦੇ ਕਾਰਜ ਸਵਾਰ ਦਿੱਤੇ, ਪੂਰੇ ਕਰ ਦਿੱਤੇ। ਮਹਾਰਾਜ ਮੇਰੇ ਵੀ ਕਾਰਜ ਪੂਰੇ ਕਰੋ, ਮੇਰੇ ਤੇ ਵੀ ਕਿਰਪਾ ਕਰ ਦਿਓ। ਔਰ ਕਹਿਣ ਲੱਗੇ ਉਹਦੇ ਕਾਰਜ ਸਵਾਰ ਦਿੱਤੇ, ਮੇਰੇ ਵੀ ਕਾਰਜ ਸਵਾਰ ਦਿਓ। ਸ੍ਰੀ ਸਤਿਗੁਰ ਸੋ ਪ੍ਰਸੰਨ ਕਲਯੁਗ ਹੋਏ। ਔਰ ਹੇ ਸਤਿਗੁਰੂ ਮਹਾਰਾਜ ਆਪ ਸਭ ਦੇ ਸ਼੍ਰੋਮਣੀ ਹੋ। ਕਲਯੁਗ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ, ਗੁਰੂ ਅਮਰਦਾਸ ਸਾਹਿਬ ਪ੍ਰਸੰਨ ਤੁਹਾਡੇ ਤੇ ਹੋਏ ਤੇ ਤੁਸੀਂ ਕਲਯੁਗ ਦੇ ਭਿਆਨਕ ਸਮੇਂ ਵਿੱਚ ਤਪਦੇ ਮੱਚਦੇ ਸੜਦੇ ਜੀਵਾਂ ਦੇ ਉੱਪਰ ਪ੍ਰਸੰਨ ਹੋਏ ਔਰ ਕਿਰਪਾ ਕਰ ਦਿੱਤੀ ਤੇ ਰਹਿਮਤ ਬਰਸਾਓ। ਰੱਖੋ ਦਾਸ ਭੱਟ ਕੀ ਲਾਜ, ਇਸ ਦਾਸੇ ਭੱਟ ਦੀ ਲਾਜ ਰੱਖੋ ਜਿਵੇਂ ਉੱਪਰ ਇਹਨਾਂ ਦੀ ਰਖਾਈ ਹੈ। ਇਹ ਭੱਟਾਂ ਨੂੰ ਵੀ ਕਿਹਾ ਤੇ ਭੱਟ ਜੀ ਨੇ ਸਾਨੂੰ ਵੀ ਕਿਹਾ, ਜਦੋਂ ਪ੍ਰਭੂ ਤੋਂ ਬਖਸ਼ਿਸ਼ ਲੈਣੀ ਆ ਨਾ ਐਉਂ ਬੇਨਤੀ ਕਰਿਆ ਕਰੋ। ਇਹ ਨਾ ਦੱਸਿਆ ਕਰੋ ਮੈਂ ਬੜੇ ਪੁੰਨ ਕੀਤੇ ਆ, ਬੜੇ ਲੰਗਰ ਲਾਏ, ਬੜੇ ਭਾਂਡੇ ਮਾਂਜੇ, ਬੜੇ ਝਾੜੂ ਕੀਤੇ, ਬੜਾ ਆਹ ਕੁਝ ਕੀਤਾ। ਨਹੀਂ, ਇਹਨਾਂ ਦਾ ਹਵਾਲਾ ਦਿਆ ਕਰੋ। ਮਹਾਰਾਜ ਹੈ ਮੈਂ ਗੁਨਾਹਗਾਰ ਹੈ ਪਾਪੀ, ਪਰ ਤੂੰ ਆ ਪਾਪੀਆਂ ਨੂੰ ਬਖਸ਼ਣਹਾਰ, ਮੇਰੇ ਤੇ ਕਿਰਪਾ ਕਰ। ਇਹਨਾਂ ਨੂੰ ਪਤਾ ਕਿਉਂ ਤਾਰਿਆ ਗਿਆ, ਕਿਉਂ ਇਹ ਬਖਸ਼ੇ ਗਏ। ਇਹ ਸੱਚੀ ਮੁੱਚੀ ਅੰਦਰੋਂ ਬਦਲਾਅ ਵਿੱਚ ਆ ਗਏ, ਜਪਣ ਲੱਗ ਪਏ। ਹਿਰਦਾ ਮਾਰਗ ਤੇ ਵਹਿ ਤੁਰਿਆ, ਤੁਰ ਪਿਆ, ਭਰ ਗਿਆ ਤੇ ਜਾਪ ਨੇ ਪਾਪ ਨਸ਼ਟ ਕਰ ਦਿੱਤੇ। ਪਾਪ ਜਦੋਂ ਨਸ਼ਟ ਹੋਏ ਤੇ ਅੰਦਰ ਪਵਿੱਤਰ ਹੋ ਗਿਆ, ਅੰਦਰ ਪਰਮਾਤਮਾ ਪ੍ਰਗਟ ਹੋ ਗਿਆ। ਝੋਲਣਾ ਨਾਮ ਇੱਕ ਛੰਦਾਬੰਦੀ ਦਾ ਨਿਯਮ ਹੈ, ਛੰਦ ਦਾ ਨਾਂ ਆ। ਔਰ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀਓ। ਧੰਨ ਗੁਰੂ ਪੂਜਨਿਕ ਤੇ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਅਮਰਦਾਸ ਮਹਾਰਾਜ ਤੇ ਗੁਰੂ ਰਾਮਦਾਸ ਮਹਾਰਾਜ। ਜਿਹੜੀ ਉਹ ਜੋਤ, ਜਿਹੜਾ ਉਹ ਨਾਮ ਬਖਸ਼ਿਸ਼ ਕਰਦੇ ਨੇ, ਪ੍ਰਾਣਾਧਾਰੀ ਜੀਵੋ ਜਪੋ, ਉਸ ਨੂੰ ਆਰਾਧੋ, ਫਿਰ ਪਾਪ ਮਿਟਣਗੇ, ਫਿਰ ਪਰਮਾਤਮਾ ਪ੍ਰਾਪਤ ਹੋਵੇਗਾ, ਫਿਰ ਪਰਮਾਤਮਾ ਨਾਲ ਮਿਲਾਪ ਹੋਵੇਗਾ। ਉਹਨੂੰ ਜਪੋ, ਸਤਿਗੁਰੂ ਨੂੰ ਸ਼ਬਦ ਹਰ ਹਰ ਜਪੈ। ਮਹਾਰਾਜ ਕਹਿੰਦੇ ਜਿਹੜਾ ਹਰੀ ਪਰਮੇਸ਼ਵਰ ਦਾ ਹਰ ਇੱਕ ਜਗ੍ਹਾ ਤੇ ਹੈਲਪ ਕਰਨ ਵਾਲਾ ਔਰ ਦੁੱਖਾਂ ਦੇ ਹਰ ਨਾਸ਼ ਕਰਨ ਵਾਲਾ ਸ਼ਬਦ ਬ੍ਰਹਮ ਵਾਹਿਗੁਰੂ ਦੇ ਨਾਮ ਨੂੰ ਜਪੈ, ਜਿਹੜਾ ਜਪਦਾ ਫਿਰ ਨਵ ਨਿਧ ਆਪੈ। 9 ਨਿਧੀਆਂ 18 ਸਿੱਧੀਆਂ ਦੇ ਖਜ਼ਾਨੇ ਆਪੇ ਮੈਨਾ ਪ੍ਰਾਪਤ ਕਰ ਲੈਂਦਾ, ਉਹਨੂੰ ਅਰਪਣ ਹੋ ਜਾਂਦੇ ਆ। ਉਹਨੂੰ ਗੁਰੂ ਅਰਪ ਦਿੰਦਾ ਹੈ, ਬਖਸ਼ ਦਿੰਦਾ ਹੈ ਤੇ ਉਹਨੂੰ ਬਖਸ਼ਦਾ ਹੈ ਜਿਹੜਾ ਆਪੈ ਆਪਣੇ ਆਪ ਨੂੰ ਗੁਰੂ ਦੇ ਸਬੁਰਦ ਕਰ ਦੇਵੇ। ਉਹਦੇ ਤੇ ਗੁਰੂ ਕਿਰਪਾ ਕਰ ਦਿੰਦਾ, ਮਿਹਰ ਕਰ ਦਿੰਦਾ ਹੈ। ਰਸਨ ਐਨਸ ਰਸੈ ਸਤ ਕਰ ਜਾਨੀਓ। ਆਪਣੀ ਰਸਨਾ ਦੇ ਨਾਲ ਰਾਤ ਦਿਨੇ ਉਹ ਪਰਮਾਤਮਾ ਦੇ ਨਾਮ ਨੂੰ ਰਸੈ, ਉਹਦੇ ਵਿੱਚ ਤਦਾਕਾਰ ਹੋਵੇ, ਜਪ ਜਾਵੇ, ਇਕਮੇਕਤਾ ਹਾਸਲ ਕਰੇ, ਸਤ ਨਿਸ਼ਚੇ ਕਰਕੇ ਪਰਮਾਤਮਾ ਨੂੰ ਜਾਨੀਓ ਜਾਨਣਾ ਕਰ ਹਰ ਜਗ੍ਹਾ ਤੇ। ਹਿਰਦੇ ਅੰਦਰ ਬਾਹਰ ਉਹਨੂੰ ਸਮਝਣਾ ਕਰ। ਫੁਨ ਪ੍ਰੇਮ ਰੰਗ ਪਾਈਐ ਗੁਰਮੁਖੈ ਤੇ ਆਈਐ। ਪੁਨ੍ਹਾ ਫਿਰ ਮਹਾਰਾਜ ਕਹਿੰਦੇ ਪ੍ਰੇਮ ਦੇ ਰੰਗ ਨਾਲ, ਅੰਦਰ ਦੇ ਪ੍ਰੇਮ ਨਾਲ ਪਰਮਾਤਮਾ ਨੂੰ ਪਾਈਐ, ਪ੍ਰਾਪਤ ਕਰੀਦਾ। ਤੇ ਹੁਣ ਉਹ ਪ੍ਰੇਮ ਆਵੇ ਕਿੱਥੋਂ? ਮਹਾਰਾਜ ਕਹਿੰਦੇ ਗੁਰਮੁਖ ਹੈ, ਗੁਰੂ ਦੇ ਮੁਖ ਤੋਂ ਨਿਕਲੇ ਬਚਨ, ਗੁਰੂ ਦੇ ਮੁਖ ਤੋਂ ਬਖਸ਼ਿਸ਼ ਹੋਇਆ ਨਾਮ, ਜੋ ਗੁਰੂ ਕਹਿੰਦਾ ਹੈ ਔਰ ਗੁਰਮੁਖ ਬਣ ਕੇ ਉਹਨੂੰ ਧਿਆਈਏ, ਉਹਨੂੰ ਜਪੀਏ, ਫਿਰ ਅੰਦਰ ਉਹ ਜਿਹੜਾ ਹੈ ਔਰ ਪਵਿੱਤਰ ਪ੍ਰੇਮ ਅੰਦਰ ਉਤਪੰਨ ਹੋਏ ਆਵੇਗਾ। ਅਨ ਮਾਰਗ ਤਜੋ ਭਜੋ ਹਰ ਗਿਆਨੀਓ। ਜਿਹੜਾ ਮਾਰਗ ਦੱਸਿਆ ਹੈ ਨਾ ਕਿ ਪਰਮਾਤਮਾ ਨੂੰ ਗੁਰੂ ਵਾਲੇ ਮਾਰਗ ਤੇ ਤੁਰ, ਗੁਰ ਸਿੱਖ ਮੀਤ ਚੱਲੋ ਗੁਰ ਚਾਲੀ, ਉਹ ਚਾਲ ਉਹ ਮਾਰਗ ਤੇ ਤੁਰ। ਅਨ ਹੋਰ ਮਾਰਗ ਜਿਹੜੇ ਰਸਤੇ ਨੇ, ਰੱਬ ਵਾਲਾ ਧਰਮ ਵਾਲਾ ਰਸਤਾ ਛੱਡ ਕੇ ਨਾ ਬਹੁਤੇ ਰਸਤੇ ਨੇ ਸੰਸਾਰ ਵਿੱਚ, ਔਰ ਸਮਾਂ ਨਾ ਅਜਾਈ ਜਾਵੇ ਮੈਂ ਨਾ ਉਸ ਗਿਣਤੀ 'ਚ ਪਾਂ। ਆਪਾਂ ਨੂੰ ਪਤਾ ਹੀ ਹੈ ਗੁਰੂ ਘਰ ਤੋਂ ਬਗੈਰ ਹੋਰ ਕਿੰਨੇ ਰਸਤੇ ਕਿੱਧਰ ਕਿੱਧਰ ਨੂੰ ਜਾਂਦੇ।
एक गुरु दे ख्यालों तो बगैर किहड़े किहड़े ख्याल उपजदे ने, ये सारे ही रस्ते ने आपां नूं पता है। महाराज साहब कहंदे उन्हां मार्गां नूं छड्डो और इत मार्ग चलै भाई अड़े, इस मार्ग ते तुर और उन्हां दा त्याग कर। और फिर की होवेगा? महाराज कहंदे तजो और उन्हां दा त्याग करो ते भजो हर ज्ञानियो। ये ज्ञानवान मनुखो, ज्ञान नूं हिरदे च धारन वाले हो, प्रकाश गुरु तो लैके भजो जपो, उस मार्ग ते तुरो। मालक दे बचन गुर रिद धरो, गुरु दे बचनां नूं हिरदे विच टकाओ। ये नहीं कि इत्थे बैठे तो सुन ले ते गुरुद्वारे दे गेट तो बाहर होए, चलो बई किधरे गए वो गल्लां ते किधरे गया वो काम, हुण आपां अपना काम करिए। कईयां दा ख्याल हुंदा भाई ने, गुरुद्वारे वाले ने, कथा वाले ने, प्रचार वाले ने अपना काम कीती जाना है ते मैं अपना कीती जाना है। और उहदा काम है धर्म का प्रचार करना, उहदा काम है गुरु की गल सुनाउणी ते छड्डना। मवी अपना रस्ता नहीं, मैं जठेरे भी पूजने आ, मैं बड़ियां भी पूजनिया, वर्त शर्त भी रखने आ, पंडित भी पुछने आ, बाबियां तो भी पुछ लैनी, मैं छड्डना कुछ नहीं। महाराज साहब कहंदे नहीं, अन मार्ग नूं तजो, त्यागो, हिरदे च प्रेम आवे, उहनूं टकाओ गुरु दे बचनां नूं। पंच भू बस करो, जेड़ा पंच भूत तुहाडे हिरदे अंदर पंज विकार ने, उन्हां नूं अपने वस विच करो। और फिर की होएगा? जन्म कुल उदराह, फिर अपने जन्म नूं ते अपनी कुल नूं तार लाओगे जदों, और मन नूं ते विकारां नूं वस विच कर लवोगे ना। महाराज कहंदे आ उदों कुल भी तर जाएगी। द्वार हर मानियो, हरि दे द्वार दर दे उपर आके मन जाओ, उहनूं मनो, उहदे बचनां नूं, ਉਹਦੇ ਦਰ ਤੇ ਆ ਕੇ ਸਤ ਸੰਗਤ ਦੇ ਵਿੱਚ ਬੈਠ ਕੇ ਜਾਓ ਤਾਂ ਸਭ ਸੁਖ ਏਤੁਤ ਤੁਮ ਬੰਛਵ। हे ਮੇਰੇ ਵਾਹਿਗੁਰੂ ਜੀ, ਜਦੋਂ ਤੁਸੀਂ ਇਸ ਲੋਕ ਦੇ ਉਤ ਪਰਲੋਕ ਦੇ ਔਰ ਸਾਰੇ ਸੁਖ ਬੰਛਵੋ, ਇੱਛਾ ਪੂਰੀ ਕਰਦੇ ਹੋ, ਬਖਸ਼ਿਸ਼ ਕਰ ਦਿੰਦੇ ਹੋ, ਤੇ ਗੁਰੂ ਗੁਰ ਗੁਰੂ ਗੁਰ ਗੁਰੂ ਜਾਪ ਪ੍ਰਾਨੀਓ। ਜਦੋਂ ਸਾਰੀਆਂ ਇੱਛਾ ਪੂਰੀਆਂ ਕਰਨ ਵਾਲਾ तेनू मालक मिलता है जीव, महाराज साहब कहते फिर मन करके, तन करके, बोलां करके और जेड़ा है और परमात्मा नू जप। गुरु नानक साहब महाराज ने जो तुर दरगाह तो वो बख्शिश पा के आए, निर्गुण तो सरगुण होके आए, उन्हां तो गुरु अंगद साहब महाराज ने बख्शिश प्राप्त की। गुरु अमरदास महाराज ने, धन गुरु रामदास महाराज ने वो बख्शिश प्राप्त की। अज सानू वो बख्शिश प्राप्त हो रही है। कह लगे जप प्रानियो, प्राणाधारी जीवो नू जपो, आराधो तां भला होना जे उन्हों जपांगे, आराधांगे। ये भट्ट साहिबाना ने साडे उपर कृपा करदियां सानू भी समझाया वो मालक नाल जुड़िए। जपन तो बगैर ते जो जपदे आ अंदर उन्हों बदलाव ले आइए। वो भोजन खादा की करेगा जिहड़ा शरीर का आधार ना बनिया। आपां अन्न जल पानी रोटी पानी तां खाने, वो खा के सब कुछ अंदर खून बनता है, शरीर की ताकत बनती है, वो आसरा तन का बनता। अगर खून ही नहीं बनना तो भोजन काहदे लई खाना, काहदा भोजन खादा होया। जेड़े भजन ने, बंदगी ने जीव दा जीवन का आधार ही नहीं बनना। और प्यारिओ ओदा जेड़ा आ भजन का की करना। भजन माड़ा नहीं, मनुख दे की कीता। कोई हुण निवाला जेड़ा है बुरकी आ रोटी दी भोजन दी उन्होंने मूँह च पा के चिथी जावे ते मुड़ के बाहर कढ़ देवे, अंदर नगावे ना ते शरीर कमजोर होवेगा, एनर्जी नहीं आवेगी। एक वारी कहेगा भी स्वाद आउंदा, पर वो आसरा नहीं, ताकत नहीं बनेगी। वो चीज़ ताकत बनेगी जिहड़ी चब चब के रस मान मन के अंदर उतर गई। असी जबान नाल जपिया, जबान नाल बाणी पढ़ी और तन करके बैठे,
बस इत्थों तक सीमित रह गए, जीवन अंदर लागू नहीं किया। जो जीवन विच लागू कर लिया वो अंदर नगाउणा, अंदर टकाउणा भजन नूं। जदों भजन रूपी भोजन अंदर उतरेगा ना, उदों माड़ा फुरना, माड़ी विचार, माड़ी नदर, माड़ी स्रोत, माड़े बोल, माड़े पासे कदम, माड़े करन नूं हथ, कुछ भी नहीं रहेगा। बदलाव अंदर बिरतियां विच आवेगा। जदों वो नाम दा भोजन कोई खावेगा, कोई उन्होंने पचावेगा हिरदे विच, वो फिर आत्मक ताकत बनेगी। सतगुरु कृपा करन, जिथे इन्हां ते कृपा करते ने, सानू भी ये दात बख्श देन। इन्हां दी जिवें लाज रखी ना सारियां दी, सतगुरु रामदास महाराज सारी संगत तेरे नाम तारीक इन्हां ते कृपा करो, इन्हां नू नाम दी दात बख्शो। ये तुहाडे नाम तरीक ने, अपने चरनां नाल जोड़ लाओ। मेहर दा हथ रखो साडी सारियां दी, तुहाडे चरनां नाल बन आवे। साहिब दे बचन जान के गुरु की संगत ने हिरदियां अंदर वसावने। दास नूं गुरु की संगत दा और गुरु गोबिंद सिंह महाराज के दर दा कोकर जान के बेअंत भुल्लां दी खिमा करनी जी। इन्नियां को बेनतियां प्रवान करनियां, अरदास अंदर शामिल होइए। वाहिगुरु जी का खालसा, वाहिगुरु जी की फतेह। तो ठा